ਕੈਪਟਨ ਤੇ ਸਿੱਧੂ ਦੇ ਵਿੱਚ ਸਮਝੌਤਾ ਕਰਾ ਕੇ 2022 ਲਈ ਅੱਗੇ ਵਧੇ ਜਾਂ ਹਾਈ ਕਮਾਂਡ ਤੈਅ ਕਰੇ ਵੀ ਕੈਪਟਨ ਸਾਡਾ ਚਿਹਰਾ ਹੋਊਗਾ ਜਾਂ ਸਿੱਧੂ ਸਾਡਾ ਚਿਹਰਾ ਹੋਊਗਾ। ਚਲੋ ਮੈਨੂੰ ਤਾਂ ਸਿੱਧੂ ਨਾਲ ਹੀ ਗਿਣਿਆ ਜਾਂਦਾ ਜਾਂ ਸਿੱਧੂ ਨੂੰ ਮੇਰੇ ਨਾਲ ਹੀ ਗਿਣਿਆ ਜਾਂਦਾ ਵੀ ਇਹ ਤਾਂ ਇਕੱਠੇ ਹੀ ਆ। ਇਹਦੇ 'ਚ ਦੋਸਤ ਹੈਗਾ, ਇਹਦੇ 'ਚ ਮੈਂ ਕਦੇ ਡਿਨਾਈ ਨਹੀਂ ਕਰਦਾ। ਜਿਹੜੀ ਗੱਲ ਉਹ ਵੀ ਨਹੀਂ ਠੀਕ ਕਹਿੰਦਾ ਮੈਂ ਉਹਦੇ 'ਤੇ ਵੀ ਕਹਿ ਦਿੰਦਾ ਹੁੰਦਾ ਵੀ ਯਾਰ ਇਹ ਗੱਲ ਠੀਕ ਨਹੀਂ ਹੈ। ਇਹ ਨਹੀਂ ਹੈ ਅਮਰਿੰਦਰ ਸਿੰਘ 'ਚ ਕੁਆਲਿਟੀਜ਼ ਨਹੀਂ ਹੈਗੀਆਂ। ਮੈਂ ਫਿਰ ਕਹਿੰਦਾ ਕੁਆਲਿਟੀਜ਼ ਸੀਗੀਆਂ ਪਰ ਉਹਦੀ ਬੇਸਿਕਲੀ ਐਗਜ਼ੀਕਿਊਸ਼ਨ ਵੱਲ ਨੂੰ ਅਸੀਂ ਤੁਰੇ ਨਹੀਂ। ਮੈਂ ਅਕਸਰ ਦੇਖਦਾ ਲੋਕ ਕਹਿੰਦੇ ਨੇ ਸਿੱਧੂ, ਬੈਂਸ, ਖਹਿਰਾ, ਪ੍ਰਗਟ ਸਿੰਘ, ਗਾਂਧੀ ਇਹ ਸਾਰੇ ਇਕੱਠੇ ਹੋ ਜਾਣ ਤੇ ਪੰਜਾਬ ਬਚਾ ਸਕਦੇ ਆ। ਦੇਖੋ ਐਂਡ ਆਫ ਦਾ ਡੇ ਹਾਈ ਕਮਾਂਡ ਇਹ ਤਾਂ ਨਹੀਂ ਕਹਿੰਦੀ ਚਲੋ ਕੈਪਟਨ ਅਮਰਿੰਦਰ ਸਿੰਘ ਉੱਥੇ ਜਾ ਕੇ ਜੋ ਮਰਜ਼ੀ ਕਹਿੰਦੇ ਹੋਣਗੇ, ਬਟ ਜੋ ਗਰਾਊਂਡ ਲੈਵਲ ਆ ਸਾਨੂੰ ਵੀ ਤਾਂ ਦਿਖਦਾ ਨਾ, ਇਹ ਇਕੱਲੇ ਦਿੱਲੀ ਵਾਲਿਆਂ ਨੂੰ ਤਾਂ ਨਹੀਂ ਦਿਸਦਾ। ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ। ਹਰ ਰੋਜ਼ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਇੰਪੋਰਟੈਂਟ ਟੌਪਿਕਸ ਨੇ ਜਿਨ੍ਹਾਂ ਦਾ ਸੰਬੰਧ ਪੰਜਾਬ ਦੀ ਰਾਜਨੀਤੀ ਨਾਲ ਹੈ ਔਰ ਪੰਜਾਬ ਦੇ ਹੱਕਾਂ ਦੀ ਲੜਾਈ 'ਚ ਜਿੱਤਣ ਨਾਲ ਹੈ, ਉਹ ਸਾਰੇ ਮੁੱਦੇ ਉਭਾਰੇ ਜਾਣ ਤਾਂ ਕਿ ਲੋਕਾਂ ਤੱਕ ਸਹੀ ਗੱਲ ਪਹੁੰਚੇ। ਔਰ ਉਹ ਸਾਰੇ ਕਿਰਦਾਰ ਜਿਹੜੇ ਸੱਚਮੁੱਚ ਕਿਰਦਾਰ ਨੇ ਉਹਨਾਂ ਨਾਲ ਮੈਂ ਅਕਸਰ ਕੋਸ਼ਿਸ਼ ਕਰਦਾ ਹੁੰਦਾ ਗੱਲ ਕਰਨ ਦੀ। ਸੋ ਬਹੁਤ ਘੱਟ ਹੁੰਦਾ ਜਦੋਂ ਮੈਂ ਪੋਲੀਟੀਕਲ ਲੀਡਰਾਂ ਦੇ ਅੱਜ ਕੱਲ੍ਹ ਇੰਟਰਵਿਊ ਕਰਦਾ, ਪਰ ਕੁਝ ਕਿਰਦਾਰ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਸਮੇਂ-ਸਮੇਂ 'ਤੇ, ਤਾਂ ਕਿ ਸਾਨੂੰ ਸਾਰਿਆਂ ਨੂੰ ਇਹ ਭਰੋਸਾ ਅਤੇ ਤਾਕਤ ਮਿਲਦੀ ਰਹੇ ਕਿ ਕੁਝ ਲੋਕ ਹੈਗੇ ਨੇ ਜਿਹੜੇ ਪੰਜਾਬ ਨੂੰ ਸਹੀ ਰਸਤੇ 'ਚ ਲਿਜਾ ਸਕਦੇ ਨੇ। ਕਈ ਕਪਤਾਨ ਨੇ ਸਾਡੇ ਮੁਲਕ 'ਚ, ਪੰਜਾਬ 'ਚ ਵੀ ਕਈ ਕਪਤਾਨ ਨੇ। ਕਈ ਕਪਤਾਨਾਂ ਦੀ ਪਰਫਾਰਮੈਂਸ ਅਸੀਂ ਦੇਖੀ ਹੈ ਅਤੇ ਕਈ ਕਪਤਾਨ ਅਜਿਹੇ ਨੇ ਜਿਨ੍ਹਾਂ ਨੇ ਆਪਣੀਆਂ ਨਵੀਆਂ ਇਨਿੰਗਸ ਖੇਡਣੀਆਂ ਨੇ, ਨਵੇਂ ਰੋਲ ਨਿਭਾਉਣੇ ਨੇ। ਪੰਜਾਬ ਦੀ ਸਿਆਸਤ ਹੈ ਜਿਹੜੀ ਆਉਣ ਵਾਲੇ ਸਮੇਂ 'ਚ ਕਿਰਦਾਰਾਂ 'ਤੇ ਨਿਰਭਰ ਹੈ ਅਤੇ ਮੇਰੀ ਕੋਸ਼ਿਸ਼ ਹੈ ਕਿ ਕੁਝ ਚੰਗੇ ਕਿਰਦਾਰਾਂ ਦੇ ਨਾਲ ਗੱਲ ਕੀਤੀ ਜਾਵੇ। ਔਰ ਅੱਜ ਮੇਰੇ ਨਾਲ ਨੇ ਪ੍ਰਗਟ ਸਿੰਘ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਨੇ ਔਰ ਓਲੰਪਿਕ ਦੇ ਵਿੱਚ ਤੁਸੀਂ ਵੀ ਔਰ ਅਸੀਂ ਵੀ ਸਾਰਿਆਂ ਨੇ ਪ੍ਰਗਟ ਸਿੰਘ ਉਹਨਾਂ ਨੂੰ ਬਹੁਤ ਵਾਰ ਖੇਡਦੇ ਦੇਖਿਆ, ਗੋਲ ਕਰਦੇ ਦੇਖਿਆ। ਪਰ ਰਾਜਨੀਤੀ ਦੇ ਵਿੱਚ ਕਦੋਂ ਮੈਡਲ ਹੈ ਜਿਹੜਾ ਪੰਜਾਬ ਦੇ ਸਿਰ 'ਤੇ ਇਹ ਨਵੇਂ ਕਿਰਦਾਰ ਬਣਵਾਉਣਗੇ, ਇਹ ਸਵਾਲ ਸਾਰਿਆਂ ਦੇ ਜ਼ਿਹਨ 'ਚ ਰਹਿੰਦਾ। ਔਰ ਬਹੁਤ ਸਾਰੇ ਲੋਕਾਂ ਨੂੰ ਆਸ ਵੀ ਰਹਿੰਦੀ ਹੈ ਕਿ ਪ੍ਰਗਟ ਸਿੰਘ ਵਰਗੇ, ਨਵਜੋਤ ਸਿੰਘ ਸਿੱਧੂ ਵਰਗੇ, ਸਿਮਰਜੀਤ ਬੈਂਸ ਵੀ ਹੋ ਗਏ ਜਾਂ ਸੁਖਪਾਲ ਖਹਿਰਾ ਵੀ ਹੋ ਗਏ, ਜਿਹੜੇ ਕਿਤੇ ਨਾ ਕਿਤੇ ਪੰਜਾਬ ਦੇ ਹੱਕਾਂ ਨੂੰ ਬਿਨਾਂ ਕਿਸੇ ਲਾਲਚ ਦੇ ਚੱਕਦੇ ਨੇ, ਇਹਨਾਂ ਨੂੰ ਤਾਕਤ ਮਿਲਦੀ ਰਹੇ ਅਤੇ ਇਹ ਉਸ ਮੁਕਾਮ 'ਤੇ ਜ਼ਰੂਰ ਆਉਣ ਜਿੱਥੇ ਅਸੀਂ ਦੇਖ ਸਕੀਏ ਕਿ ਇਹ ਹੁਣ ਕੀ ਡਿਲੀਵਰ ਕਰਦੇ ਨੇ। ਸੋ ਮੌਕਾ ਕਦੋਂ ਮਿਲਦਾ ਹੈ ਇਹ ਰੱਬ ਨੂੰ ਪਤਾ ਹੈ, ਪਰ ਅਸੀਂ ਸਾਰੀਆਂ ਸੰਭਾਵਨਾਵਾਂ 'ਤੇ ਗੱਲਾਂ ਬਾਤਾਂ ਲਗਾਤਾਰ ਕਰਾਂਗੇ। ਪ੍ਰਗਟ ਸਿੰਘ ਹੋਣੀ ਸਾਡੇ ਨਾਲ ਨੇ। ਪ੍ਰਗਟ ਜੀ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਡੱਲਾ ਸਾਹਿਬ। ਪ੍ਰਗਟ ਸਾਹਿਬ, ਗੋਲ ਬੜੇ ਕੀਤੇ ਤੁਸੀਂ ਦੂਜੀਆਂ ਟੀਮਾਂ ਦੇ ਖਿਲਾਫ। ਪੋਲੀਟਿਕਸ ਔਖੀ ਹੈ ਜਾਂ ਖੇਡ ਔਖੀ ਸੀ? ਦੇਖੋ ਮੈਨੂੰ ਨਹੀਂ ਲੱਗਦਾ ਪੋਲੀਟਿਕਸ ਜੇ ਸਾਫ਼-ਸਾਫ਼ ਕਰਨੀ ਹੋਵੇ ਤਾਂ ਕੋਈ ਔਖੀ ਨਹੀਂ ਹੈ। ਖੇਡ ਸਾਫ਼-ਸਾਫ਼ ਖੇਡਣੀ ਹੋਵੇ ਤਾਂ ਕੋਈ ਔਖੀ ਨਹੀਂ ਹੈ, ਪਰ ਜੇ ਅਸੀਂ ਉਹਨੂੰ ਉਲਝਾ ਕੇ ਰੱਖਣਾ ਹੋਵੇ ਤਾਂ ਫਿਰ ਹਾਕੀ ਵੀ ਔਖੀ ਆ ਅਤੇ ਪੋਲੀਟਿਕਸ ਵੀ ਔਖੀ ਆ। ਵੈਸੇ ਤਾਂ ਫਿਰ ਜ਼ਿੰਦਗੀ ਵੀ ਔਖੀ ਆ ਜਦੋਂ ਤੁਸੀਂ ਕਈ ਵਾਰੀ ਇੰਨੀਆਂ ਉਲਝਣਾਂ ਪਾ ਦਿੰਦੇ ਆ ਜਿਹਦਾ ਜ਼ਿੰਦਗੀ ਦੇ ਵਿੱਚ ਮਾਇਨਾ ਨਹੀਂ ਹੁੰਦਾ। ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਵੀ ਸੁਣਨ ਦੀ ਵੀ ਜੁਰਤ ਹੋਣੀ ਚਾਹੀਦੀ ਆ, ਤਾਂ ਹੀ ਇਹਨਾਂ ਚੀਜ਼ਾਂ ਨੂੰ ਜਿਹੜਾ ਜਾ ਕੇ ਤੁਸੀਂ ਅੱਗੇ ਲਿਜਾ ਸਕਦੇ ਆ। ਅਦਰਵਾਈਜ਼ ਅਸਲੀ ਗੱਲ ਹੈ ਕਿ ਮੈਨੂੰ ਵੀ 10 ਕੁ ਸਾਲ ਹੋ ਗਏ ਲੋਕਾਂ ਦਾ ਪੋਲੀਟੀਸ਼ੀਅਨ ਤੋਂ ਵਿਸ਼ਵਾਸ ਉੱਠ ਗਿਆ, ਕਿਉਂਕਿ ਜਿਹੜਾ ਪਬਲਿਕ ਦਾ ਫੇਸ ਪੋਲੀਟੀਸ਼ੀਅਨ ਆ, ਕਿਉਂਕਿ ਦੇਖੋ ਡੈਮੋਕ੍ਰੇਸੀ ਦੇ ਜਿਹੜੇ ਚਾਰੇ ਥੰਮ ਹੈ ਉਹਦੇ ਵਿੱਚ ਪਬਲਿਕ ਦਾ ਫੇਸ ਤਾਂ ਜਿਹੜਾ ਪੋਲੀਟੀਸ਼ੀਅਨ ਆ ਜੀ, ਅਤੇ ਪੋਲੀਟੀਸ਼ੀਅਨ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਅਤੇ ਸੰਗ ਲੱਗਦੀ ਹੈ ਜਦੋਂ ਕੋਈ ਲੋਕ ਕਹਿੰਦੇ ਨੇ ਵੀ ਪ੍ਰਗਟ ਸਿੰਘ ਪੋਲੀਟੀਸ਼ੀਅਨ ਬਣ ਗਏ, ਸੰਗ ਲੱਗਦੀ ਥੋੜ੍ਹੀ ਜਿਹੀ ਅੱਜ ਦੇ ਸਮੇਂ 'ਚ, ਕਿਉਂਕਿ ਜਿਹੋ ਜਿਹਾ ਪੋਲੀਟੀਸ਼ੀਅਨਸ ਦਾ ਕਿਰਦਾਰ ਰੁਤਬਾ ਬਣ ਗਿਆ, ਸੰਗ ਆਉਂਦੀ ਕਿਤੇ ਕਿਤੇ ਵੀ ਯਾਰ ਸਾਨੂੰ ਉਹੋ ਜਿਹੇ ਪੋਲੀਟੀਸ਼ੀਅਨ ਨਾ ਸਮਝੋ। ਨਹੀਂ ਦੇਖੋ ਗੱਲ ਇਹ ਆ ਕਿ ਅਸੀਂ ਉਹ ਲੈਵਲ ਦੇਖਿਆ ਹੈਗਾ ਜਿੱਥੇ ਹਿੰਦੁਸਤਾਨ ਦੀ 10 ਸਾਲ ਜੇ ਕਪਤਾਨੀ ਕਰ ਲਈ, ਅਤੇ ਹੁਣ ਜਦੋਂ ਕਈ ਵਾਰੀ ਲੋਕ ਕਹਿੰਦੇ ਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਰ ਮੈਨੂੰ ਤਾਂ ਇਸ ਗੱਲ ਦੀ ਮੈਨੂੰ ਤਾਂ ਅੱਜ ਇਹ ਲੱਗਦਾ ਹੈਗਾ ਵੀ ਸਾਡੀ ਪੋਲੀਟਿਕਸ ਕਿਤੇ ਨਾ ਕਿਤੇ ਗਾਲ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਬੇਸਿਕਲੀ ਅਸੀਂ ਹੌਲੀ ਇੱਦਾਂ ਦੀ ਡਿਵੈਲਪਮੈਂਟ ਕਰ ਲਈ, ਇੱਦਾਂ ਦਾ ਕਰੈਕਟਰ ਕਿਰਦਾਰ ਪੇਸ਼ ਕਰ ਦਿੱਤਾ ਵੀ ਤਾਂ ਕਿ ਲੋਕੀ ਤੁਹਾਨੂੰ ਨਫ਼ਰਤ ਕਰਨ ਲੱਗ ਪੈਣ। ਅੱਛਾ, ਸੱਚ ਦੀ ਲੜਾਈ ਕਿੰਨੀ ਕੁ ਔਖੀ ਹੈ ਰਾਜਨੀਤੀ 'ਚ? ਹੁਣ ਤੁਸੀਂ MLA ਹੋ, ਤੁਸੀਂ ਵੀ ਬਹੁਤ ਵਾਰੀ ਕੋਸ਼ਿਸ਼ ਕਰਦੇ ਹੋਵੋਗੇ ਵੀ ਆਹ ਜੈਨੂਅਨ ਕੰਮ ਨੇ ਮੇਰੇ ਹਲਕੇ ਦੇ ਲੋਕਾਂ ਦੇ ਜਾਂ ਦੋਸਤਾਂ ਦੇ ਜਾਂ ਕਿਸੇ ਵੀ ਜਾਣ ਪਹਿਚਾਣ ਵਾਲਿਆਂ ਦੇ, ਅਤੇ
ਅੱਜ ਦੇ ਸਮੇਂ 'ਚ ਜਿਹੜੇ ਸੱਚ ਤੇ ਖੜਨ ਵਾਲੇ ਐਮਐਲਏ ਹੈ, ਮੈਂ ਸੁਣਿਆ ਉਹਨਾਂ ਦੇ ਵੀ ਕੰਮ ਨਹੀਂ ਹੁੰਦੇ। ਕਿੰਨਾ ਕੁ ਔਖਾ ਲੱਗਦਾ ਜਦੋਂ ਕਿਸੇ ਅਫਸਰ ਨੂੰ ਫੋਨ ਕਰਦੇ ਹੋ ਤੇ ਤੁਸੀਂ ਸੱਚੇ ਹੁੰਦੇ ਹੋ ਤੇ ਅੱਗੇ ਕੰਮ ਨਹੀਂ ਕਰਦੇ ਜਿਹੜੇ ਸਾਡੇ ਅਫਸਰ ਨੇ ਜਾਂ ਸਾਡਾ ਸਿਸਟਮ ਹੈ? ਦੇਖੋ, ਅਲਟੀਮੇਟਲੀ ਮੇਰਾ ਨਜ਼ਰੀਆ ਪੋਜ਼ਿਟਿਵ ਆ ਜੀ। ਦੇਖੋ, ਦੋ ਤਰ੍ਹਾਂ ਦੇ ਲੋਕ ਹੁੰਦੇ, ਇੱਕ ਹੁੰਦੇ ਨੈਗੇਟਿਵ, ਇੱਕ ਹੁੰਦੇ ਪੋਜ਼ਿਟਿਵ। ਮੈਂ ਤਾਂ ਪੋਜ਼ਿਟਿਵ ਨਜ਼ਰੀਏ ਵਾਲਾ ਹੈਗਾ। ਜੇ ਤਾਂ ਮੇਰਾ ਦੋਸਤ ਜਾਂ ਮੇਰਾ ਘਰ ਦਾ ਵੀ ਹੋਵੇ ਵੀ ਜੇ ਉਹਦਾ ਕੰਮ ਠੀਕ ਹੈਗਾ ਤਾਂ ਫਿਰ ਮੈਨੂੰ ਲੱਗਦਾ ਕੋਈ ਰੋਕ ਨਹੀਂ ਸਕਦਾ। ਇਹ ਠੀਕ ਆ ਵੀ ਹਰ ਆਫੀਸਰ ਦਾ ਇੱਕ ਨਜ਼ਰੀਆ ਹੁੰਦਾ, ਹਰ ਬੰਦੇ ਦਾ ਕੰਮ ਕਰਨ ਦਾ ਇੱਕ ਨਜ਼ਰੀਆ ਹੁੰਦਾ, ਫਿਰ ਮੈਂ ਕਰਵਾ ਲੈਣਾ। ਜੇ ਉਹ ਕੰਮ ਠੀਕ ਨਹੀਂ ਹੈ ਫਿਰ ਮੈਂ ਉੱਥੇ ਹੀ ਮਨਾ ਕਰ ਦਿੰਦਾ। ਲੇਕਿਨ ਬਿਊਰੋਕਰੇਸੀ ਜਿਹੜੀ ਹੈਗੀ ਆ, ਦੇਖੋ ਉਹਨਾਂ ਕੋਲੋਂ ਕੰਮ ਕਰਾਉਣ ਦੀ ਤੁਹਾਨੂੰ ਸਮਝ ਹੋਣੀ ਚਾਹੀਦੀ ਆ। ਅਤੇ ਕੋਈ ਇਹੋ ਜਿਹੀ ਗੱਲ ਹੈ ਨਹੀਂ ਗੀ ਕਿ ਅਸੀਂ ਕਹੀਏ ਵੀ ਉਹ ਇਹ ਠੀਕ ਆ ਵੀ ਉਹਦੀ ਨੌਲੇਜ ਕਿੰਨੀ ਕੁ ਹੈਗੀ ਆ, ਉਹਨੂੰ ਪੁਸ਼ ਕਿੰਨਾ ਕੁ ਕਰਨਾ ਚਾਹੁੰਦਾ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਸਿਸਟਮ ਸਾਡਾ ਬਹੁਤ ਕੰਪਲੀਕੇਟ ਅਸੀਂ ਕਰ ਲਿਆ। ਜਿੰਨਾ ਕੰਪਲੀਕੇਟ ਕਰ ਲਿਆ ਅਸੀਂ ਉਨਾ ਐਕਚੁਅਲੀ ਹੈ ਨਹੀਂ। ਬਿਲਕੁਲ। ਮੈਂ ਗੱਲ ਸਿੱਧੀ 2022 ਦੀ ਕਰੂੰਗਾ ਹੁਣ, ਕਿਉਂਕਿ ਖਿਡਾਰੀ ਵੀ ਜਦੋਂ ਤੈਅ ਕਰ ਲੈਂਦੇ ਵੀ ਆਹ ਟੂਰਨਾਮੈਂਟ ਹੋ ਗਿਆ, ਅਗਲਾ ਟੂਰਨਾਮੈਂਟ ਕਿਹੜਾ ਹੈ। ਹੁਣ ਤਾਂ ਜੋ ਚੱਲ ਰਿਹਾ ਪੰਜਾਬ 'ਚ ਚੱਲ ਰਿਹਾ, ਸਾਨੂੰ ਪਤਾ ਹੈ। 2022 ਤੇ ਸਾਰਿਆਂ ਦੀ ਹੁਣ ਨਜ਼ਰ ਹੈ। ਪ੍ਰਗਟ ਸਿੰਘ ਉਹਨਾਂ ਨੂੰ 2022 ਕਿਹੋ ਜਿਹਾ ਦਿਖਦਾ ਹੈ, ਸਿਆਸੀ ਤੌਰ 'ਤੇ ਵੀ ਔਰ ਪੰਜਾਬ ਦੇ ਹੱਕ ਦੇ ਪ੍ਰਤੀ ਵੀ? ਦੇਖੋ, ਜਿਸ ਪੰਜਾਬ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ, ਦੇਖੋ ਜਦੋਂ 2022 ਤੱਕ ਇਸ ਗਵਰਨਮੈਂਟ ਨੇ ਆਪਣੀ ਟਰਮ ਪੂਰੀ ਕਰਨੀ ਆ ਤੇ ਉਦੋਂ ਲਗਭਗ 3 ਲੱਖ ਕਰੋੜ ਦਾ ਕਰਜ਼ਾ ਉਹਦੇ ਤੇ ਹੋ ਜਾਣਾ। ਐਜੂਕੇਸ਼ਨ ਸਿਸਟਮ ਸਾਨੂੰ ਰਿਵਾਈਜ਼ ਕਰਨ ਦੀ ਜ਼ਰੂਰਤ ਹੈ, ਰੀਵੈਂਪ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅਸੀਂ ਬੱਚਿਆਂ ਨੂੰ ਸਮੇਂ ਦੇ ਹਾਣੀ ਨਹੀਂ ਬਣਾ ਰਹੇ। ਕਿਉਂਕਿ ਦੇਖੋ, ਕੋਈ ਵੀ ਜਿਹੜਾ ਸਿਸਟਮ ਹੈ ਉਹ ਸਾਡੀ ਆਉਣ ਵਾਲੀ ਜਨਰੇਸ਼ਨ ਜੇ ਉਹ ਐਜੂਕੇਟਡ ਨਹੀਂ ਹੈਗੀ ਔਰ ਉਹ ਬੇਸਿਕਲੀ ਸਮੇਂ ਦੀ ਹਾਣੀ ਨਹੀਂ ਅਸੀਂ ਬਣਾ ਰਹੇ ਤਾਂ ਅਸੀਂ ਇੱਕ ਬਹੁਤ ਵੱਡਾ ਖਲਾ ਪੈਦਾ ਕਰ ਰਹੇ ਹਾਂ ਆਉਣ ਵਾਲੇ ਸਮੇਂ ਲਈ। ਇੱਥੇ ਰਹਿਣਾ ਤਾਂ ਕਿਸੇ ਨੇ ਨਹੀਂ, ਇਹ ਤਾਂ ਇੱਕ ਤੁਹਾਡਾ ਟੈਂਪਰੇਰੀ ਘਰ ਹੈ। ਬਿਲਕੁਲ। ਬੰਦਿਆਂ ਨੂੰ ਭੁਲੇਖਾ ਇਹ ਪੈਣ ਲੱਗ ਪੈਂਦਾ ਵੀ ਖਰੇ ਅਸੀਂ ਸਾਰੀ ਉਮਰ ਇੱਥੇ ਬੈਠੇ ਰਹਿਣਾ, ਲੇਕਿਨ ਕੁਛ ਤੁਸੀਂ ਕਰਕੇ ਕੀ ਜਾਂਦੇ ਆ। ਕਿਉਂਕਿ ਜੇ ਪੰਜਾਬੀ ਹਮੇਸ਼ਾ ਚੰਗੇ ਕਿਰਦਾਰ ਲਈ ਖੜੇ ਰਹਿੰਦੇ ਆ ਹੁਣ ਜੋ ਹੁਣ ਹਾਲਾਤ ਇਸ ਮਹਾਮਾਰੀ ਦੇ ਵਿੱਚ ਹੋ ਰਹੇ ਆ, ਵੈਸੇ ਤਾਂ ਹੋਣੇ ਤਾਂ ਇਹੀ ਸੀਗੇ। ਐਕਚੁਅਲੀ ਅਸਲੀ ਗੱਲ ਹੈ ਕਿ ਸਾਡਾ ਸਿਸਟਮ ਤਾਂ ਖੋਖਲਾ ਹੈਗਾ, ਇਹ ਆ ਵੀ ਹੁਣ ਐਕਸਪੋਜ਼ ਹੋ ਗਿਆ ਜੀ। ਔਰ ਉਹਦੇ ਵਿੱਚ ਵੀ ਪੰਜਾਬੀਆਂ ਦਾ, ਚਾਹੇ ਉਹ ਬੇਸਿਕਲੀ ਮੈਂ ਦੇਖਦਾ ਗੁਰਦੁਆਰਿਆਂ ਤੋਂ ਰਾਸ਼ਨ ਦੀ ਗੱਲ ਹੈ, ਚਾਹੇ ਈਵਨ ਆਕਸੀਜਨ ਵੰਡਣ ਦੀ ਗੱਲ ਹੈ, ਚਾਹੇ ਆ ਕਿਸਾਨੀ ਮੂਵਮੈਂਟ ਆ, ਇਹਦੇ ਵਿੱਚ ਪੰਜਾਬੀਆਂ ਨੇ ਆਪਣੇ ਕਿਰਦਾਰ ਨੂੰ ਪੇਸ਼ ਕੀਤਾ ਹੈਗਾ। ਪੰਜਾਬੀਆਂ ਨੇ ਹਿੰਦੁਸਤਾਨ ਦੇ ਸਿਸਟਮ ਦੇ ਵਿੱਚ ਪੇਸ਼ ਕੀਤਾ ਵੀ ਤਾਂ ਕਿ ਯਾਰ ਪੰਜਾਬੀ ਸਿੱਖ ਇਹ ਇੱਦਾਂ ਦੀ ਸੋਚ ਨਹੀਂ ਰੱਖਦੇ, ਇਹ ਤਾਂ ਇੱਕ ਇਨਸਾਨੀਅਤ ਦੀ ਗੱਲ ਕਰਨ ਵਾਲੀ ਰੇਸ ਹੈਗੀ ਆ। ਸੋ ਇਸ ਕਰਕੇ ਸਾਨੂੰ ਇਹੋ ਜਿਹੇ ਕਿਰਦਾਰ ਦੀਆਂ ਹੀ ਸਰਕਾਰਾਂ ਚਾਹੀਦੀਆਂ। ਬਿਲਕੁਲ ਠੀਕ ਹੈ। 2022 'ਚ ਸਰਕਾਰ ਲੱਗਦਾ ਹੈ ਕਿ ਉਹੋ ਜਿਹੀ ਬਣ ਜੂਗੀ ਜਿਹੇ ਜਿਹੇ ਤੁਹਾਡੇ ਸੁਪਨੇ ਨੇ, ਤੁਹਾਡੇ ਹੋ ਗਏ, ਨਵਜੋਤ ਸਿੰਘ ਸਿੱਧੂ ਦੇ ਹੋ ਗਏ, ਹੋਰ ਕਈ ਲੋਕ ਨੇ? ਦੇਖੋ, ਔਨਗੋਇੰਗ ਪ੍ਰੋਸੈਸ ਹੈ। ਆਪਾਂ ਕਹੀਏ ਜਦੋਂ ਸਤਯੁਗ ਵੀ ਸੀ ਉਹਦੇ ਵਿੱਚ ਵੀ ਬੰਦੇ ਮਾੜੇ ਵੀ ਸੀਗੇ, ਚੰਗੇ ਵੀ ਸੀ, ਲੇਕਿਨ ਮਾੜਿਆਂ ਦੀ ਗਿਣਤੀ ਘੱਟ ਸੀ, ਚੰਗਿਆਂ ਦੀ ਗਿਣਤੀ ਵੱਧ ਸੀ। ਇਸ ਕਰਕੇ ਸਾਨੂੰ ਸਮਾਜ ਜਿਹੜਾ ਬਿਹਤਰ ਲੱਗਦਾ ਸੀ ਜੀ। ਹੁਣ ਮਾੜਿਆਂ ਦੀ ਗਿਣਤੀ ਵਧੀ ਜਾਣ ਡਈ ਹੈਗੀ ਆ, ਚੰਗਿਆਂ ਦੀ ਗਿਣਤੀ ਘਟੀ ਜਾਣ ਡਈ ਹੈਗੀ ਆ। ਉੱਥੇ ਕਿਤੇ ਨਾ ਕਿਤੇ ਸਮਾਜ ਜਿਹੜਾ ਮਾੜਾ ਲੱਗਣ ਲੱਗ ਪਿਆ। ਇਹ ਤਾਂ ਪ੍ਰਗਟ ਸਿੰਘ ਜੀ, ਅਕਸਰ ਆਪਾਂ ਸੋਚਦੇ ਹਾਂ ਜਦੋਂ ਅਸੀਂ ਖੇਡਦੇ ਹੁੰਦੇ ਹਾਂ, ਸਾਡੇ ਕੋਚ ਦੇ ਪ੍ਰਤੀ ਸਾਡਾ ਨਜ਼ਰੀਆ ਹੁੰਦਾ ਕਿ ਸਾਡੇ ਕੋਚ ਨੇ ਸਾਨੂੰ ਕਿੰਨਾ ਕੁ ਸਿਖਾਇਆ, ਕਿੰਨਾ ਕੁ ਸਾਨੂੰ ਟ੍ਰੇਨਡ ਕੀਤਾ ਤੇ ਅਸੀਂ ਬਦਲੇ 'ਚ ਕਿੰਨੀ ਕੁ ਮਿਹਨਤ ਕੀਤੀ। ਹੁਣ ਤੁਸੀਂ ਸਰਕਾਰ ਦਾ ਹਿੱਸਾ ਹੋ, ਮੁੱਖ ਮੰਤਰੀ ਨੂੰ ਕੋਚ ਮੰਨ ਲੈਣਾ ਮੈਂ ਪੰਜਾਬ ਵਾਲਿਆਂ ਨੂੰ, ਉਹਨਾਂ ਨੇ ਤੁਹਾਨੂੰ ਕਿੰਨਾ ਕੁ ਸਿਖਾਇਆ, ਕਿੰਨਾ ਕੁ ਤੁਹਾਨੂੰ ਉਹਨਾਂ ਨੇ ਥਾਪੀ ਦਿੱਤੀ ਵੀ ਆਹ ਕੰਮ ਖਿੱਚੋ, ਤੇ ਤੁਸੀਂ ਕਿੰਨੀ ਕੁ ਪਰਫਾਰਮੈਂਸ ਕਰ ਪਾਏ, ਜਾਂ ਇਹ ਕਹਿ ਲਈਏ ਵੀ ਉਹਨਾਂ ਨੇ ਕਿੰਨਾ ਕੁ ਮੌਕਾ ਦਿੱਤਾ ਤੁਹਾਨੂੰ ਪਰਫਾਰਮੈਂਸ ਕਰਨ ਦਾ? ਦੇਖੋ, ਬੰਦੇ ਦੀਆਂ ਪੁਰਾਣੇ ਜਿਹੜੇ ਕੀਤੇ ਹੋਏ ਕੰਮ ਆ ਉਹਦੇ ਤੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਵੀ ਉਹਦੀ ਕਿੰਨਾ ਕੁ ਕੈਲੀਬਰ ਹੈਗਾ। ਕੈਪਟਨ ਅਮਰਿੰਦਰ ਸਿੰਘ ਦਾ ਕੈਲੀਬਰ ਦੀ ਪ੍ਰੋਬਲਮ ਨਹੀਂ ਹੈਗੀ, ਅਤੇ 2017 'ਚ ਲੋਕਾਂ ਨੇ ਵੋਟਾਂ ਵੀ ਉਹਨਾਂ ਦੇ ਨਾਂ ਨੂੰ ਪਾਈਆਂ ਸੀਗੀਆਂ, ਇਹਦੇ 'ਚ ਵੀ ਕੋਈ ਦੋਰਾਮਾ ਨਹੀਂ। ਲੇਕਿਨ 2017 ਤੋਂ ਕਿਉਂਕਿ ਸਾਲ 2 ਸਾਲ ਤਾਂ ਇੱਦਾਂ ਹੀ ਲੰਘ ਜਾਂਦੇ ਆ ਨਾ ਵੀ ਅੱਜ ਕਰਦੇ ਆ ਕੱਲ੍ਹ ਕਰਦੇ ਆ, ਅੱਜ ਕਰਦੇ ਆ ਕੱਲ੍ਹ ਕਰਦੇ ਆ, ਪਰ ਹੌਲੀ ਹੌਲੀ ਇਹ ਜਚਾਤਾ ਵੀ ਇਹ ਕੈਪਟਨ ਅਮਰਿੰਦਰ ਸਿੰਘ ਉਹੀ ਆ। ਰਿਐਲਿਟੀ ਇਹ ਆ। ਸਾਨੂੰ ਵੀ ਇਹ, ਮੈਨੂੰ ਤਾਂ ਪਰਸਨਲੀ, ਬਾਕੀਆਂ ਨੂੰ ਪਤਾ ਨਹੀਂ ਫੀਲਿੰਗ ਹੁੰਦੀ ਹੋਵੇ ਚਾਹੇ ਨਾ ਹੁੰਦੀ ਹੋਵੇ। ਮੈਂ ਤਾਂ ਜਿੱਦਣ ਸਾਡੀ ਮੀਟਿੰਗ ਵੀ ਹੋਈ ਮੈਂ ਇਹੀ ਗੱਲ ਕਹਿ ਕੇ ਆਇਆ। ਜਦੋਂ ਪਹਿਲਾਂ ਮੈਂ ਚਿੱਠੀ ਲਿਖੀ ਸੀ, ਮੈਂ ਅੱਜ ਦਾ ਨਹੀਂ ਇਹ ਗੱਲ ਕਹਿਣ ਡਿਆ ਆ,
ਮੈਂ ਤਾਂ ਸਾਲ ਸਵਾ ਸਾਲ ਪਹਿਲਾਂ, 1.5 ਸਾਲ ਪਹਿਲਾਂ ਵਰਬਲੀ, ਫਿਰ ਚਿੱਠੀ ਲਿਖ ਕੇ, ਫਿਰ ਮੀਟਿੰਗ ਕਰਕੇ ਵੀ ਸਾਰਾ ਆਹ ਗੱਲ ਕਰਨ ਵਾਲੀ ਆ। ਔਰ ਇੱਕ ਹੁੰਦੀ ਆ ਬੰਦੇ ਦੀ ਕਪੈਸਿਟੀ ਨਹੀਂ ਆ ਜੀ, ਇੱਕ ਬੰਦੇ ਦੀ ਹੁੰਦੀ ਆ ਵੀ ਕਪੈਸਿਟੀ ਹੈਗੀ ਆ ਲੇਕਿਨ ਹੀ ਇਜ਼ ਰਿਲੈਕਟੈਂਟ ਟੂ ਡੂ ਇਟ ਜੀ। ਉਦੋਂ ਫਿਰ ਮੈਨੂੰ ਤਾਂ ਕੀ ਕਰਨ ਲੱਗੇ? ਇਹ ਤਾਂ ਨਹੀਂ ਵੀ ਸਿਹਤ ਜ਼ਿਆਦਾ ਹੋ ਗਈ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ, ਕੰਮ ਦਾ ਬਰਡਨ ਨਹੀਂ ਜ਼ਿਆਦਾ ਲੈ ਪਾਉਂਦੇ, ਜਾਂ ਐਡਮਿਨਿਸਟ੍ਰੇਸ਼ਨ ਵਾਲੇ ਪਾਸੇ ਹੀ ਉਹਨਾਂ ਦਾ ਸਾਰਾ ਟਾਈਮ ਨਿਕਲ ਜਾਂਦਾ ਦਿਨ 'ਚ? ਨਹੀਂ, ਇਹ ਵੀ ਤਾਂ ਐਡਮਿਨਿਸਟ੍ਰੇਟਿਵ ਕੰਮ ਹੀ ਹੈ ਨਾ ਜੀ। ਮੈਂ ਤਾਂ ਕੋਈ ਇਦਾਂ ਦੀ ਪੋਲੀਟੀਕਲ ਗੱਲ ਤਾਂ ਕਰਦਾ ਹੀ ਨਹੀਂ ਹੈ। ਮੈਂ ਤਾਂ ਇਹ ਵੀ ਨਹੀਂ ਕਹਿੰਦਾ ਕਿ ਹਾਂ ਵੀ, ਮੈਂ ਤਾਂ ਇਹ ਕਹਿੰਦਾ ਵੀ ਜਿਹਨੂੰ ਜਿੰਨਾ, ਦੇਖੋ ਕ੍ਰਾਈਮ ਕੀ ਆ, ਕ੍ਰਾਈਮ ਦੇ ਵਿੱਚ ਜਿਹਨੇ ਜਿੰਨਾ ਕ੍ਰਾਈਮ ਕੀਤਾ ਉਹਨੂੰ ਉਨੀ ਸਜ਼ਾ ਮਿਲ ਜਾਵੇ, ਦੂਜੇ ਨੂੰ ਇਹ ਮਹਿਸੂਸ ਹੋ ਜਾਂਦਾ ਵੀ ਹਾਂ ਵੀ ਜਿਹੜਾ ਇਹਨੇ ਕਰਮ ਕੀਤਾ ਸੀਗਾ ਉਹਦੀ ਇਹਨੂੰ ਸਜ਼ਾ ਮਿਲ ਗਈ ਹੈਗੀ ਆ, ਉਹ ਵੀ ਸੈਟੀਸਫਾਈ ਹੋ ਜਾਂਦਾ। ਲੇਕਿਨ ਜੇ ਇਹ ਹੋਵੇ ਵੀ ਨਾ ਕਰਨ ਵਾਲਾ ਸੈਟੀਸਫਾਈ ਤੇ ਨਾ ਕਰਾਉਣ ਵਾਲਾ ਸੈਟੀਸਫਾਈ, ਫਿਰ ਉਹ ਦੋਨੇ ਹਾਇਰਾਰਕੀ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਉੱਤੇ ਉਂਗਲਾਂ ਉੱਠਣ ਲੱਗ ਪੈਂਦੀਆਂ ਜੀ। ਇਹੀ ਗੱਲ ਮੈਂ ਮਹਿਸੂਸ ਕਰਦਾ। ਬਹੁਤ ਸਾਰੇ ਪੰਜਾਬ ਦੇ ਐਮਐਲਏ ਨੇ, ਤੁਸੀਂ ਵੀ ਉਹਨਾਂ 'ਚੋਂ ਇੱਕ ਹੋ, ਨਵਜੋਤ ਸਿੰਘ ਸਿੱਧੂ ਵੀ ਹੈ, ਹੋਰ ਵੀ ਕਈ ਨੇ, ਜਿਹੜੇ ਹਰ ਰੋਜ਼ ਇੱਕ, ਜਿਹਨੂੰ ਅਸੀਂ ਕਹਿੰਦੇ ਆ ਨਾ, ਉਹਨਾਂ ਦੇ ਮਨ 'ਤੇ ਬੋਝ ਹੁੰਦਾ ਵੀ ਅਸੀਂ ਬਹੁਤ ਉਮੀਦ ਸੀ ਸਾਡੀ ਸਰਕਾਰ ਤੋਂ ਵੀ ਅਸੀਂ ਇਨਸਾਫ ਦੇਵਾਂਗੇ। ਅਸੀਂ ਵੀ ਗੱਲਾਂ ਕੀਤੀਆਂ 2017 ਤੋਂ ਪਹਿਲਾਂ, ਤੁਸੀਂ ਸਾਰਿਆਂ ਨੇ, ਵੀ ਸਾਡੀ ਸਰਕਾਰ ਆਊਗੀ ਅਸੀਂ ਜ਼ਰੂਰ ਇਨਸਾਫ ਵੀ ਦੇਵਾਂਗੇ। ਇਨਸਾਫ ਵਾਲੀ ਜਿਹੜੀ ਗੱਲ ਹੈ, ਕਿ ਇਹ ਸਿਰਫ ਇੱਕ ਬਿਆਨਬਾਜ਼ੀ ਸੀ 2017 ਤੋਂ ਪਹਿਲਾਂ? ਅੱਜ ਤੁਹਾਨੂੰ ਲੱਗਦਾ ਵੀ ਕੀ ਉਹ ਬਿਆਨਬਾਜ਼ੀ ਸੀ, ਵੀ ਆਪਾਂ ਬਿਆਨਬਾਜ਼ੀ ਕਰਕੇ ਲੋਕਾਂ ਦੀ ਵੋਟਾਂ ਲੈ ਲਈਏ ਤੇ 2022 ਤੱਕ ਨਵੇਂ ਮੁੱਦੇ ਬਣ ਜਾਣਗੇ? ਪਰ ਉਹ ਮੁੱਦਾ ਤਾਂ ਫਿਰ ਬਣੀ ਜਾ ਰਿਹਾ। ਨਹੀਂ, ਦੇਖੋ ਸਾਨੂੰ ਸਾਫ਼ ਹੋਣ ਦੀ ਜ਼ਰੂਰਤ ਹੈਗੀ ਆ। ਸਾਨੂੰ ਕਿਰਦਾਰ, ਦੇਖੋ ਐਕਚੁਅਲੀ ਲੋਕਾਂ ਦਾ ਕਿਰਦਾਰ, ਜੋ ਸੁਸਾਇਟੀ ਆ ਉਹਦੇ ਵਿੱਚੋਂ ਹੀ ਪੋਲੀਟੀਸ਼ੀਅਨ ਨਿਕਲਦਾ, ਉਹਦੇ ਵਿੱਚੋਂ ਹੀ ਪੱਤਰਕਾਰ ਨਿਕਲਦਾ, ਉਹਦੇ ਵਿੱਚੋਂ ਬਿਊਰੋਕਰੈਟ ਨਿਕਲਦਾ ਤੇ ਉਹਦੇ ਵਿੱਚੋਂ ਜੁਡੀਸ਼ੀਅਲ ਸਿਸਟਮ ਨਿਕਲਦਾ। ਇਹਦਾ ਮਤਲਬ ਇਹ ਹੋਇਆ ਵੀ ਸਾਨੂੰ ਉਸ ਕਿਰਦਾਰ ਨੂੰ, ਮੈਂ ਤਾਂ ਜਦੋਂ ਇਹਦੀ ਤਹਿ ਤੱਕ ਜਾਂਦਾ ਤਾਂ ਮੈਨੂੰ ਤਾਂ ਐਂ ਲੱਗਦਾ ਵੀ ਜੇ ਤਾਂ ਬੰਦੇ ਦਾ ਕਰੈਕਟਰ ਚੰਗਾ ਹੈਗਾ ਫਿਰ ਤਾਂ ਉਹ ਕੰਮ ਕਰ ਦੂਗਾ। ਅਦਰਵਾਈਜ਼ ਅਸੀਂ ਮਾਹੌਲ ਕੀ ਬਣਾ ਲਿਆ ਵੀ ਸਾਨੂੰ ਸਿਰਫ ਪੈਸਾ ਚਾਹੀਦਾ। ਪੈਸੇ ਚਾਹੀਦੇ ਕਿੰਨੇ ਕਿਆ? ਪਹਿਲਾਂ ਤਾਂ ਸਾਡੇ ਬਹੁਤੇ ਬੰਦਿਆਂ ਨੂੰ, ਕਈ ਵਾਰੀ ਮੈਂ ਇਹ ਮਹਿਸੂਸ ਕਰਦਾ ਡੱਲਾ ਜੀ, ਵੀ ਬੰਦਿਆਂ ਨੂੰ ਇਹ ਵੀ ਨਹੀਂ ਪਤਾ ਵੀ ਉਹਨਾਂ ਨੂੰ ਜ਼ਿੰਦਗੀ ਜੀਣ ਲਈ ਪੈਸੇ ਕਿੰਨੇ ਚਾਹੀਦੇ। ਲੇਕਿਨ ਉਸ ਦੌੜ ਦੇ ਪਿੱਛੇ ਪਏ ਆ, ਪਤਾ ਨਹੀਂ ਕੱਲ੍ਹ ਨੂੰ ਸਾਹ ਆਉਣਾ ਕਿ ਨਹੀਂ ਆਉਣਾ। ਆਹ ਕਰੋਨਾ ਦੇ ਵਿੱਚ ਇਹੋ ਜਿਹੇ ਬੰਦੇ ਵੀ ਚਲੇ ਗਏ ਜਿਹੜੇ ਅਸੀਂ ਸੋਚ ਨਹੀਂ ਸੀ ਸਕਦੇ ਵੀ ਹਾਂ ਵੀ ਯਾਰ ਇੰਨਾ ਸਾਡਾ, ਕਿਉਂਕਿ ਅਲਟੀਮੇਟਲੀ ਕੋਈ ਸਾਡੇ ਕੋਲ ਸਿਸਟਮ ਤਾਂ ਹੈ ਨਹੀਂਗਾ ਇਨ ਪਲੇਸ। ਚਾਹੇ ਗੌਰਮੈਂਟ ਆਫ ਇੰਡੀਆ ਦੀ ਗੱਲ ਕਰ ਲਓ, ਚਾਹੇ ਸਾਡੀ ਗੱਲ ਕਰ ਲਓ। ਅੱਛਾ, ਉਹ ਸਿਸਟਮ ਹੈ ਨਹੀਂ ਸੀਗਾ, ਅਸੀਂ ਲੇਕਿਨ ਰੌਲਾ ਪਾਈ ਜਾਂਦੇ ਸੀਗੇ। ਉਹ ਸਿਸਟਮ ਦਾ ਜਨਾਜ਼ਾ ਨਿਕਲ ਗਿਆ ਜੀ, ਠੀਕ ਹੈ ਨਾ। ਸੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ 'ਤੇ, ਅੱਛਾ ਇਹਦੇ ਵਿੱਚ ਪ੍ਰੋਫੈਸ਼ਨਲਿਜ਼ਮ ਦੀ ਵੀ ਜ਼ਰੂਰਤ ਹੈ। ਇਹ ਦੇਖੋ, ਇਹ ਇੱਕ ਇਹੋ ਜਿਹਾ ਸੀਰੀਅਸ ਟੌਪਿਕ ਹੈ। ਕਈ ਵਾਰੀ ਕਈ ਬੰਦੇ ਨਾ ਇਹਨੂੰ ਮਜ਼ਾਕ ਦੇ ਵਿੱਚ, ਜਾਂ ਮੈਂ ਕਦੀ ਇੱਦਾਂ ਦੀ ਕੋਈ ਗੱਲ ਨਹੀਂ ਕਰਦਾ, ਕਿਉਂਕਿ ਯਾਰ ਤੁਸੀਂ 3 ਕਰੋੜ ਲੋਕਾਂ ਲਈ ਡਿਸੀਜ਼ਨ ਲੈ ਰਹੇ ਹੋ। ਅੱਛਾ, ਸਾਫ਼ ਗੱਲ ਕਰੋ। ਮੈਂ ਤਾਂ ਕਹਿੰਦਾ ਜਿਹੜਾ ਸਾਡਾ ਮੈਨੀਫੈਸਟੋ ਆ ਉਹ ਵੀ ਕਿਤੇ ਨਾ ਕਿਤੇ ਲੀਗਲ ਡਾਕੂਮੈਂਟ ਦਾ ਹਿੱਸਾ ਹੋਣਾ ਚਾਹੀਦਾ। ਕਿਉਂ ਨਹੀਂ ਹੋਣਾ ਚਾਹੀਦਾ? ਅੱਛਾ, ਬੇਸਿਕਲੀ ਅਸੀਂ ਗੱਲ ਸੱਚ ਕਰੀਏ ਵੀ ਸਾਡੇ ਕੋਲ ਆਹ ਇੰਨਾ ਹੈਗਾ, ਅਸੀਂ ਆਹ ਐਕਸਪੈਕਟ ਕਰਦੇ ਹਾਂ। ਅੱਛਾ, ਉਹਦੇ 'ਚ 5, 7, 10% ਦਾ ਕਿਤੇ ਵੇਰੀਏਸ਼ਨ ਹੋ ਜਾਵੇ, ਗੱਲ ਸਮਝ ਆਉਂਦੀ ਆ। ਚਲੋ ਆਹ ਪੈਂਡੈਮਿਕ ਆ ਗਿਆ ਤੇ ਇਹਦੇ ਕਰਕੇ ਮੈਨੂੰ ਲੱਗਦਾ ਵੀ ਚਲੋ ਕੋਈ ਹੋਰ ਮਾੜਾ ਮੋਟਾ ਕਿਤੇ ਪਲੱਸ ਮਾਈਨਸ ਹੋ ਜਾਵੇ। ਬਟ ਆਪਾਂ ਕਈ ਵਾਰੀ ਏਡੇ ਵੱਡੇ ਲੋਕਾਂ ਨੂੰ ਜਿਹੜੇ ਆ ਉਹ ਦਿਖਾਲ ਦਿੰਦੇ ਆ ਲਿਫਾਫੇ ਬਣਾ ਕੇ, ਲੇਕਿਨ ਉਹ ਏਡੇ ਲਿਫਾਫੇ ਬਣ ਹੀ ਨਹੀਂ ਸਕਦੇ। ਕੋਈ ਰਾਕਟ ਸਾਇੰਸ ਨਹੀਂ ਹੈ। ਪਰ ਹੁਣ ਲੋਕ, ਕਿਸਾਨ ਤੁਹਾਨੂੰ ਪੁੱਛਦੇ ਆ ਵੀ ਤੁਹਾਡੀ ਸਰਕਾਰ ਕਹਿੰਦੀ ਸੀ ਵੀ ਸਾਰਿਆਂ ਦਾ ਕਰਜ਼ਾ ਮਾਫ ਕਰਾਂਗੇ, ਤੇ ਉਹ ਸਾਰਿਆਂ ਵਾਲੀ ਗੱਲ ਖਤਮ ਹੋ ਗਈ। ਸਾਰਿਆਂ ਵਾਲੀ ਗੱਲ ਬਹੁਤ ਵੱਡੀ ਸੀ ਵੀ ਤੁਸੀਂ ਕਿਸ਼ਤਾਂ ਨਾ ਮੋੜੋ, ਤੁਹਾਨੂੰ ਕਿਸ਼ਤਾਂ ਵਾਪਸ ਮੋੜਨ ਦੀ ਲੋੜ ਨਹੀਂ, ਅਸੀਂ ਆ ਜਾਾਂਗੇ, ਅਸੀਂ ਆਪ ਹੀ ਕਰਜ਼ਾ ਦੇਵਾਂਗੇ। ਨਹੀਂ, ਮੈਂ ਤਾਂ ਬੜਾ ਕਲੀਅਰ ਹੈ ਇਸ ਗੱਲ 'ਤੇ ਵੀ ਜਿਹੜੀਆਂ ਇਹ ਸਾਰੀਆਂ ਗੱਲਾਂ ਆ, ਇਹ ਲੀਗਲ ਡਾਕੂਮੈਂਟ ਦਾ ਹਿੱਸਾ ਹੋਣਾ ਚਾਹੀਦਾ, ਠੀਕ ਹੈ ਨਾ। ਉਸ ਪਾਰਟੀ ਦੀ ਇੱਥੋਂ ਤੱਕ ਵੀ ਹੋਣੀ ਚਾਹੀਦੀ ਆ ਵੀ ਇਹਦੀ ਮਾਨਤਾ ਰੱਦ ਹੋ ਜਾਵੇ, ਅਗਲੀ ਇਲੈਕਸ਼ਨ ਨਾ ਲੜ ਸਕੇ, ਤਾਂ ਕਿ ਤੁਸੀਂ ਇੰਨਾ ਤਾਂ ਕਰੋ ਨਾ। ਕਿਉਂਕਿ ਅੱਛਾ, ਉਹ ਕਿਤੇ ਨਾ ਕਿਤੇ ਜਦੋਂ ਉਹਦਾ ਮੈਨੀਫੈਸਟੋ ਬਣਦਾ ਹੈਗਾ, ਉਹਦੇ ਵਿੱਚ ਜਿੰਨੀਆਂ ਫਾਈਨੈਂਸ਼ੀਅਲ ਇੰਪਲੀਕੇਸ਼ਨਸ ਹੈਗੀਆਂ, ਉਹਦੀ ਕਿਸੇ ਲੈਵਲ 'ਤੇ ਡਿਸਕਸ਼ਨ ਹੋਣੀ ਚਾਹੀਦੀ ਆ ਕਿਸੇ ਲੀਗਲ ਅਥਾਰਟੀ ਨਾਲ। ਹੁਣ ਤਾਂ ਇਲੈਕਸ਼ਨ ਕਮਿਸ਼ਨ ਨੇ ਵੀ ਜਲੂਸ ਆਪਣਾ ਕਢਾ ਲਿਆ ਆ ਬੰਗਾਲ ਦੇ ਵਿੱਚ। ਅਦਰਵਾਈਜ਼ ਤਾਂ ਦੇਖੋ ਗੱਲ ਇਹ ਆ ਕਿ ਇਹ ਜਿਹੜੀਆਂ ਕੌਨਸਟੀਟਿਊਸ਼ਨਲ ਅਥਾਰਟੀਜ਼ ਹੈਗੀਆਂ, ਜੇ ਇਹ ਫੇਅਰ ਨਹੀਂ ਚੱਲਣਗੀਆਂ ਤਾਂ ਸਾਡੀ ਡੈਮੋਕ੍ਰੇਸੀ ਫੇਅਰ ਨਹੀਂ ਚੱਲਣੀ ਹੈਗੀ। ਕਿਉਂਕਿ ਇਹਦੀ ਬਿਊਟੀ ਇਹ ਆ ਕਿ ਜੇ ਅਥਾਰਟੀਜ਼ ਠੀਕ ਕੰਮ ਕਰਨਗੀਆਂ, ਜੁਡੀਸ਼ੀਅਲ ਨੂੰ ਆਪਣਾ ਕੰਮ ਕਰਨਾ ਚਾਹੀਦਾ, ਬਿਊਰੋਕ੍ਰੇਸੀ ਨੂੰ ਆਪਣਾ ਕੰਮ ਕਰਨਾ ਚਾਹੀਦਾ,
ਪੋਲੀਟੀਸ਼ੀਅਨਸ ਨੂੰ ਆਪਣਾ ਕੰਮ ਕਰਨਾ ਚਾਹੀਦਾ ਤੇ ਜਿਹੜਾ ਡੈਮੋਕ੍ਰੇਸੀ ਦਾ ਬਹੁਤ ਇੰਪੋਰਟੈਂਟ ਥੰਮ ਹੈਗਾ ਪੱਤਰਕਾਰਤਾ, ਉਹਨੂੰ ਆਪਣਾ ਕੰਮ ਕਰਨਾ ਚਾਹੀਦਾ। ਦੇਖੋ ਸਾਰਿਆਂ 'ਚ ਹੀ ਕਿਤੇ ਨਾ ਕਿਤੇ ਕਮੀ ਪੇਸ਼ੀ ਆਈ ਹੈਗੀ ਆ। ਬਿਲਕੁਲ ਠੀਕ ਹੈ। ਅੱਛਾ, ਹੁਣ ਪਾਰਟੀ 'ਚ ਜਦੋਂ ਤੁਸੀਂ ਆਪਣੀ ਗੱਲ ਰੱਖਦੇ ਹੋ ਤੇ ਇਹ ਮਹਿਸੂਸ ਹੁੰਦਾ ਵੀ ਹਾਂ ਸਾਡੀ ਗੱਲ ਕੋਈ ਸੁਣਨ ਵਾਲਾ ਹੈ। ਤੁਸੀਂ ਕਾਂਗਰਸ 'ਚੋਂ, ਤੁਸੀਂ ਅਕਾਲੀ ਦਲ 'ਚ ਵੀ ਰਹੇ ਹੋ। ਅਕਾਲੀ ਦਲ ਤੁਸੀਂ ਇਹ ਸੋਚ ਕੇ ਕਾਂਗਰਸ 'ਚ ਆਏ ਵੀ ਚਲੋ ਇੱਥੇ ਕੈਪਟਨ ਅਮਰਿੰਦਰ ਸਿੰਘ ਨੇ, ਇੱਥੇ ਰਾਹੁਲ ਗਾਂਧੀ ਹੈ, ਇੱਥੇ ਤੁਸੀਂ ਸਾਰੇ ਲੋਕ ਆਏ, ਤੁਹਾਡੀ ਜ਼ਿੰਦਗੀ ਦੀ ਕਮਾਈ ਦਾ ਫਾਇਦਾ ਕਾਂਗਰਸ ਨੇ ਵੀ ਕਿਤੇ ਨਾ ਕਿਤੇ ਲਿਆ, ਭਾਵੇਂ ਤੁਸੀਂ ਐਮਐਲਏ ਬਣ ਗਏ, ਪਰ ਤੁਹਾਡੇ ਆਉਣ ਨਾਲ ਕਾਂਗਰਸ ਨੂੰ ਵੀ ਬਹੁਤ ਫਾਇਦਾ ਹੋਇਆ, ਤੁਹਾਡੇ ਨਾਲ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ। ਪਰ ਹੁਣ ਇਹ ਲੱਗਦਾ ਵੀ ਜਦੋਂ ਆਪਣੀ ਗੱਲ ਰੱਖਦੇ ਹੋ ਤੇ ਕਾਂਗਰਸ ਕੋਈ ਗੱਲ ਨੂੰ ਸੁਣਦਾ ਜਾਂ ਵਾਰੀ ਦਾ ਇੰਤਜ਼ਾਰ 'ਚ ਵਾਰੀ ਹੈ ਕਾਂਗਰਸ 'ਚ ਵੀ ਜਦੋਂ ਤੁਹਾਡੀ ਵਾਰੀ ਆਊਗੀ ਜੀ ਤੁਸੀਂ ਕਰ ਲਿਓ, ਹਜੇ ਤੁਹਾਡੀ ਵਾਰੀ ਨਹੀਂ ਤੇ ਹੁਣ ਜਿਵੇਂ ਤੁਹਾਡਾ ਮੋਨੀਟਰ ਕਹਿ ਰਿਹਾ ਤੁਸੀਂ ਕਰੀ ਚੱਲੋ? ਨਹੀਂ ਦੇਖੋ, ਪਰਸਨਲੀ ਤਾਂ ਮੈਂ ਸੋਚਦਾ ਵੀ ਨਿਰਾਸ਼ਾ ਹੋਈ, ਕਿਉਂਕਿ ਜਿਸ ਬੰਦੇ ਤੋਂ ਫਿਰ ਮੈਂ ਉੱਥੇ ਹੋਣਾ, ਜਿਸ ਬੰਦੇ ਤੋਂ ਆਸ ਵੱਧ ਹੋਵੇ ਨਾ, ਉਹ ਜੇ ਡਿਲੀਵਰ ਨਹੀਂ ਕਰਦਾ ਤਾਂ ਫਿਰ ਨਿਰਾਸ਼ ਹੁੰਦਾ ਬੰਦਾ। ਕਿਉਂਕਿ ਕਈ ਵਾਰੀ ਕਈਆਂ ਬੰਦਿਆਂ ਦੀ ਮੈਨੂੰ ਸਮਝ ਆ ਵੀ ਕਪੈਸਿਟੀ ਨਹੀਂ ਹੈਗੀ, ਉਹਦੇ ਤੋਂ ਬਹੁਤੀ ਆਸ ਵੀ ਨਹੀਂ ਕੀਤੀ ਜਾਂਦੀ। ਲੇਕਿਨ ਇਹ ਇਹੋ ਜਿਹਾ ਅਸੀਂ ਬੇਸਿਕਲੀ ਪੰਜਾਬ ਦਾ ਜਿਹੜਾ ਪੋਲੀਟੀਕਲ ਸਿਸਟਮ ਆ, ਇਹ ਇਹੋ ਜਿਹਾ ਕ੍ਰੀਏਟ ਕਰ ਲਿਆ ਜਿਹਦੇ ਵਿੱਚ ਮਸਲ ਪਾਵਰ, ਮਨੀ ਪਾਵਰ, ਇਹ ਬਹੁਤ ਚੀਜ਼ਾਂ ਜਿਹੜੀਆਂ ਰੋਲ ਪਲੇ ਕਰਦੀਆਂ ਹੈਗੀਆਂ। ਅੱਛਾ, ਇਹਨੂੰ ਸਿੰਪਲੀਫਾਈ ਕਰਨ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਕਾਮਨ ਮਿਨੀਮਮ ਜਿਹੜੀ ਆ ਉਹ ਡਿਜ਼ਾਈਨ ਕਰ ਲੈਣਾ ਚਾਹੀਦਾ ਪ੍ਰੋਗਰਾਮ ਵੀ ਯਾਰ ਇੱਦੋਂ ਅਸੀਂ ਵੱਧ ਗੱਲ ਨਹੀਂ ਕਰਨੀ, ਜਾਂ ਇੱਦੋਂ ਇਹ ਵੀ ਨਹੀਂ ਹੈ ਕਿਸੇ ਦੀਆਂ ਅਸੀਂ ਲੁੱਚ ਗੜੂਚੀਆਂ ਨਹੀਂ ਲਗਾਉਣੀਆਂ। ਇਹ ਨਹੀਂ ਹੈ ਕਿ ਕੋਈ ਠੱਗੀ ਮਾਰ ਜਾਵੇ ਤਾਂ ਅਸੀਂ ਕਹੀਏ ਵੀ ਨਾ ਜੀ ਅਸੀਂ ਇਹਦੇ 'ਤੇ ਗੱਲ ਨਹੀਂ ਕਰਨੀ। ਹਾਂ, ਉਹ ਗੱਲਾਂ ਕਰਨੀਆਂ ਚਾਹੀਦੀਆਂ, ਬਟ ਆਪਾਂ ਕੁਛ ਤਾਂ ਕਰੀਏ ਨਾ। ਆਪਾਂ ਫਿਰ ਕਰ ਕੀ ਰਹੇ ਹਾਂ? ਐਂਡ ਆਫ ਦਾ ਡੇ ਦੇਖੋ, ਮੈਜੋਰਿਟੀ ਆਫ ਦਾ ਟਾਈਮ ਦੋ ਆਪਣੇ ਮੇਨ ਲੀਡਰ ਰਹੇ ਹੈਗੇ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ 5 ਵਾਰੀ ਚੀਫ ਮਿਨਿਸਟਰ ਬਣੇ ਆ, ਤੇ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ 2 ਵਾਰੀ ਬਣੇ ਆ, ਬਾਕੀ ਸਾਰੇ ਆਲਮੋਸਟ ਇੱਕ ਵਾਰੀ ਬਣੇ ਆ। ਲੇਕਿਨ ਅਖੀਰ ਦੇ ਉੱਤੇ ਜੇ ਇਹਨਾਂ ਦੇ ਹਿੱਸੇ ਵੀ ਲੋਕਾਂ ਦੀ ਮਾੜੀ ਸ਼ਬਦਾਵਲੀ ਆ ਰਹੀ ਆ, ਫਿਰ ਕਿਤੇ ਨਾ ਕਿਤੇ ਸਮੱਸਿਆ ਤਾਂ ਹੈਗੀ ਆ। ਐਂਡ ਆਫ ਦਾ ਡੇ ਬੰਦਾ ਕਹਿੰਦਾ ਯਾਰ ਵੀ ਮੈਂ ਚਲੋ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਪਰਿਵਾਰ ਦੇਖ ਲਵਾਂ, ਆਪਣਾ ਜਿਸ ਵੀ ਕਿਰਦਾਰ 'ਚ ਹੈਗਾ ਉਹਦੇ ਵਿੱਚ ਕੁਛ ਕੰਟਰੀਬਿਊਟ ਕਰ ਦੇਵਾਂ, ਅਤੇ ਲੋਕੀ ਮੈਨੂੰ ਕੁਛ ਨਾ ਕੁਛ ਠੀਕ ਪਾਸੇ ਨੂੰ ਮੇਰੇ ਨਜ਼ਰੀਏ ਨਾਲ ਦੇਖਣ। ਇੰਨੀ ਗੱਲ ਹੀ ਹੈ ਨਾ, ਇਦੋਂ ਵੱਧ ਤਾਂ ਕੋਈ ਗੱਲ ਹੈ ਨਹੀਂ ਗੀ। ਪਰ ਜੇ ਅਖੀਰ 'ਤੇ ਤੁਹਾਨੂੰ ਉਸ ਮਾੜੀ ਸ਼ਬਦਾਵਲੀ ਨੂੰ ਫੇਸ ਕਰਨਾ ਪੈਂਦਾ। ਅੱਛਾ, ਸਾਡੇ ਇੱਕ ਜਿਹੜਾ ਚਲੋ ਸੋਸ਼ਲ ਮੀਡੀਆ ਦਾ ਰੋਲ ਬਹੁਤ ਆ, ਬਟ ਇਹਦੇ ਵਿੱਚ ਨਾ ਬੇਸਿਕਲੀ ਪੋਲੀਟੀਕਲ ਸਿਸਟਮ ਨੇ ਆਪਣਾ ਇੱਕ ਸਿਸਟਮ ਕ੍ਰੀਏਟ ਕਰ ਲਿਆ। ਕੋਈ 500 700 1000 ਬੰਦੇ ਦਾ, ਅੱਛਾ ਉਹ ਮਤਲਬ ਗਾਲਾਂ ਤੱਕ ਵੀ ਲਿਖਦੇ ਆ। ਮਤਲਬ ਇਹਦੇ ਨਾਲ ਕੀ ਕਰੋਗੇ ਤੁਸੀਂ? ਕੀ ਦਿਖਾ ਰਹੇ ਹੋ? ਕੀ ਸ਼ੋਅ ਕਰ ਰਹੇ ਹੋ? ਕਿ ਸਾਡੀ ਇੰਨੀ ਇਮੈਚਿਓਰ ਡੈਮੋਕ੍ਰੇਸੀ ਆ? ਅਸੀਂ ਹਜੇ ਵੀ ਇਸ ਗੱਲ 'ਤੇ ਅੱਛਾ ਲੌਜੀਕਲੀ ਮੈਂ ਕਹਿੰਦਾ ਡਿਸਕਸ਼ਨ ਹੋ ਜਾਵੇ, ਬਟ ਜਦੋਂ ਇੱਥੋਂ ਤੱਕ ਵੀ ਕਈ ਵਾਰੀ ਮੈਂ ਦੇਖਦਾ ਮਾਂ ਭੈਣਾਂ ਦੀਆਂ ਉਹ ਗਾਲਾਂ 'ਤੇ ਗਾਲਾਂ। ਦੇਖੋ ਪੰਜਾਬੀ ਯਾਰ, ਤੁਸੀਂ ਇੰਨੇ ਜੋਗੇ ਤਾਂ ਹੈ ਨਹੀਂ ਗੇ ਵੀ ਯਾਰ ਆਪਣੇ ਲੀਡਰ ਨੂੰ ਇਹ ਕਹੋ ਵੀ ਯਾਰ ਦਿਸ ਇਜ਼ ਰਾਈਟ ਐਂਡ ਦਿਸ ਇਜ਼ ਰੌਂਗ। ਇੰਨੇ ਜੋਗੇ ਤਾਂ ਹੈ ਨਹੀਂ। ਅਤੇ ਤੁਸੀਂ ਬੇਸਿਕਲੀ ਇਹਨਾਂ ਨੇ ਸੋਸ਼ਲ ਮੀਡੀਆ ਦੇ ਗਰੁੱਪ ਬਣਾ ਲਏ, ਉਹਦੇ 'ਤੇ ਮਤਲਬ ਜੇ ਕਿਸੇ ਨੂੰ ਦੂਸਰੇ ਨੇ ਦੇ ਦਿੱਤਾ ਉੱਤੇ ਪੱਕੇ ਹੀ ਉਹ ਬੰਦੇ ਹੁੰਦੇ ਆ, ਮੈਨੂੰ ਠਾਹ ਗਾਲਾਂ ਹੀ ਲਿਖਣੀਆਂ। ਬੰਦੇ ਰੱਖ ਲਏ, ਗਾਲਾਂ ਲਿਖਣ ਵਾਲੇ ਵੀ ਬੰਦੇ ਰੱਖੇ ਹੋਏ ਨੇ। ਅੱਛਾ ਪ੍ਰਗਟ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਤੁਸੀਂ ਕੰਮ ਕੀਤਾ, ਕੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਕਰਨਾ ਚਾਹੁੰਦੇ ਨੇ, ਕਿਤੇ ਸਿਸਟਮ ਰੋਕ ਰਿਹਾ ਕੈਪਟਨ ਅਮਰਿੰਦਰ ਨੂੰ, ਜਾਂ ਕੈਪਟਨ ਅਮਰਿੰਦਰ ਸਿੰਘ ਸਿਸਟਮ ਹੀ ਨਹੀਂ ਡਿਵੈਲਪ ਕਰ ਪਾਏ ਕਿ ਅਸੀਂ ਉਸ ਰੂਪ 'ਚ ਡਿਲੀਵਰ ਕਰ ਦਈਏ ਕਿ ਅੱਜ ਪੰਜਾਬ ਸਾਨੂੰ ਬਹੁਤ ਵਿਕਸਿਤ ਦਿਖੇ? ਦੇਖੋ ਆ PRTC 'ਚ ਬੀਬੀਆਂ ਦਾ ਕਿਰਾਇਆ ਮਾਫ ਕਰਤਾ, ਉਹ ਗੱਲ ਸਾਰਿਆਂ ਨੂੰ ਸਮਝ ਆਉਂਦੀ ਹੈ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਮੋਦੀ ਸਾਹਿਬ ਕਿੱਥੇ ਲੈ ਗਏ। ਉਹ ਤਾਂ ਸਾਰਿਆਂ ਨੂੰ ਪਤਾ ਹੈ ਵੀ ਵੈਟ ਜਿਵੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣੀਆਂ, ਸੂਬੇ ਨੂੰ ਵੀ ਪੈਸੇ ਬਣੀ ਜਾਣੇ ਨੇ। ਟੈਕਸਾਂ ਦਾ ਪੈਸੇ ਆ, ਮਨਪ੍ਰੀਤ ਬਾਦਲ ਉਹਨਾਂ ਦਾ 200 ਰੁਪਏ ਟੈਕਸ ਵਾਲਾ ਲੋਕਾਂ ਨੂੰ ਨੋਟਿਸ ਆਉਣ ਲੱਗ ਗਏ, ਉਹ 200 ਰੁਪਏ ਟੈਕਸ ਵਾਲਾ ਵੀ ਮਨਪ੍ਰੀਤ ਬਾਦਲ ਦਾ ਪੰਜਾਬ ਦੇ ਖਜ਼ਾਨੇ 'ਚ ਆ ਰਿਹਾ। ਸਰਕਾਰ ਸਿਰਫ ਟੈਕਸਾਂ ਦੇ ਸਹਾਰੇ ਚੱਲ ਰਹੀ ਹੈ ਪੰਜਾਬ ਵਾਲੀ, ਹੋਰ ਕੋਈ ਜ਼ਰੀਆ ਪੰਜਾਬ ਨੇ ਡਿਵੈਲਪ ਨਹੀਂ ਕੀਤਾ। ਅਸੀਂ ਬੇਸਿਕਲੀ ਲਕੀਰ ਦੇ ਫਕੀਰ। ਦੇਖੋ 2 ਹੀ ਜਗ੍ਹਾ ਤੋਂ ਇਹਦੇ ਪੈਸੇ ਜਿਹੜੇ ਬੇਸਿਕਲੀ ਵੱਧ ਸਕਦੇ ਆ। ਇੱਕ ਹੈਗਾ ਬੇਸਿਕਲੀ ਮਾਈਨਿੰਗ ਤੋਂ, ਅਤੇ ਦੂਸਰਾ ਹੈਗਾ ਐਕਸਾਈਜ਼ ਤੋਂ। ਐਕਸਾਈਜ਼ ਤੋਂ ਬੇਸਿਕਲੀ ਸਾਨੂੰ ਮਾਡਲ ਚੇਂਜ ਕਰਨਾ ਪਊਗਾ, ਉੱਥੇ ਹੀ ਬੇਸਿਕਲੀ ਪੋਲੀਟੀਕਲ ਫੰਡਿੰਗ ਆ, ਉੱਥੇ ਹੀ ਕਰਪਸ਼ਨ ਆ। ਦੂਸਰਾ ਹੈਗਾ ਕਿ ਆ ਜਿਹੜਾ ਮਾਈਨਿੰਗ ਵਾਲਾ ਮਾਫੀਆ ਹੈਗਾ। ਪਰ ਮੈਨੂੰ ਐਂ ਲੱਗਦਾ ਹੁੰਦਾ ਵੀ ਜਿਹੜਾ ਬਿਜ਼ਨਸ ਆ ਉਹਨੂੰ ਈਜ਼ ਆਊਟ ਕਰਨ ਦਿਓ, ਤਾਂ ਕਿ ਟੈਕਸ ਦੇ ਰੂਪ ਦੇ ਵਿੱਚ ਜਦੋਂ ਸਰਕੂਲੇਸ਼ਨ ਹੋ ਜੂਗੀ ਉਹਦੇ ਨਾਲ ਬੰਦੇ ਵੀ ਇੰਗੇਜ ਹੋਣਗੇ।
ਉਹਦੇ ਨਾਲ ਮਨੀ ਵੀ ਸਰਕੂਲੇਸ਼ਨ ਦੇ ਵਿੱਚ ਆਊਗੀ ਤੇ ਉਹਨਾਂ ਕਿ ਤੁਹਾਨੂੰ ਕਈ ਸਟੇਜਸ ਦੇ ਉੱਤੇ ਥੋੜਾ ਟੈਕਸ ਮਿਲ ਕੇ ਤੇ ਤੁਹਾਡਾ ਖਜ਼ਾਨਾ ਉਦੋਂ ਵੱਧ ਭਰਿਆ ਜਾ ਸਕਦਾ। ਇਨਸਟੈਡ ਕਿ ਤੁਸੀਂ ਆਪਾਂ ਕਹਿ ਦਈਏ ਵੀ 5500 ਦਾ ਸੈਂਕੜਾ ਹੋ ਗਿਆ ਰੇਤਾ ਦਾ ਜਾਂ ਦੂਜਾ ਤੀਜਾ, ਬੇਸਿਕਲੀ ਇਹ ਚੀਜ਼ਾਂ ਨੂੰ ਬੇਸਿਕਲੀ ਸਾਨੂੰ ਈਜ਼ ਆਊਟ ਕਰਨ ਦੀ ਜ਼ਰੂਰਤ ਆ। ਅੱਛਾ, ਐਕਸਾਈਜ਼ ਔਰ ਮਾਈਨਿੰਗ ਦੋਨੇ ਵੱਡੇ ਸਾਡੇ ਨੈਚੁਰਲ ਸਰੋਤ ਨੇ। ਪਾਣੀ ਵੀ ਸਾਡਾ ਨੈਚੁਰਲ ਸਰੋਤ ਹੈ। ਇੱਕ ਪਾਣੀ ਹੋ ਗਿਆ, ਮੈਂ ਪਾਣੀ ਨੂੰ, ਸ਼ਰਾਬ ਨੂੰ, ਠੇਕਿਆਂ ਨੂੰ, ਮਾਈਨਿੰਗ ਨੂੰ, ਇਹਨਾਂ ਨੂੰ ਬਹੁਤ ਵੱਡਾ ਇੱਕ ਕੁਦਰਤੀ ਸਰੋਤ ਮੰਨਦਾ ਜਿਹਦੇ ਤੋਂ ਪੰਜਾਬ ਇੱਕ ਵਧੀਆ ਪੈਸੇ ਕਮਾ ਸਕਦਾ। ਪੰਜਾਬ ਇੱਜ਼ਤ ਨਾਲ, ਇਮਾਨਦਾਰੀ ਨਾਲ ਬਹੁਤ ਮਾਲੀਆ ਕਮਾ ਸਕਦਾ। ਪਰ ਕੀ ਸਰਕਾਰ ਕਦੀ ਗੰਭੀਰਤਾ ਦੇ ਨਾਲ ਇਹਦੇ ਤੇ ਵਿਚਾਰ ਹੀ ਨਹੀਂ ਕਰਦੀ? ਤੁਸੀਂ ਲੋਕਾਂ ਨੇ ਕਿੰਨੀ ਕੁ ਵਾਰ ਆਵਾਜ਼ ਬੁਲੰਦ ਕੀਤੀ ਹੈ ਵੀ ਆਪਾਂ ਇਹਨਾਂ ਪਾਲਿਸੀਆਂ ਤੇ ਮੀਟਿੰਗਾਂ ਕਰੀਏ, ਚਰਚਾ ਕਰੀਏ, ਦੇਖੀਏ ਵੀ ਵੱਧ। ਦੇਖੋ, ਅਰਵਿੰਦ ਕੇਜਰੀਵਾਲ ਦਿੱਲੀ 'ਚ ਸਰਕਾਰੀ ਤੌਰ ਤੇ ਸ਼ਰਾਬ ਦੇ ਠੇਕਿਆਂ ਦਾ ਉੱਥੇ ਬਿਜ਼ਨਸ ਹੁੰਦਾ। ਨਵਜੋਤ ਸਿੰਘ ਸਿੱਧੂ ਨੇ ਵੀ ਰਿਪੋਰਟਾਂ ਬਣਾਈਆਂ। ਇਹ ਮੰਨਿਆ ਜਾਵੇ ਕਿ ਸਰਕਾਰ ਦਾ ਧਿਆਨ ਹੀ ਨਹੀਂ ਇਸ ਪਾਸੇ ਵੀ ਪੰਜਾਬ ਸਰਕਾਰ ਇਮਾਨਦਾਰੀ ਨਾਲ ਕਿਵੇਂ ਕਮਾਵੇ। ਦੇਖੋ, ਉਹੀ ਡੱਲਾ ਜੀ, ਬੰਦੇ ਬਹੁਤ ਥੋੜ੍ਹੇ ਰਹਿ ਗਏ ਆ। ਜਿਹੜੇ ਰਹਿ ਵੀ ਗਏ ਉਹ ਬੋਲਣ ਦੇ ਸਮਰੱਥ ਨਹੀਂ ਹੈਗੇ। ਚਲੋ ਮੈਂ ਇਹ ਵੀ ਸਮਝਦਾ ਕਈਆਂ 'ਚ ਬੋਲਣ ਦੀ ਕਪੈਸਿਟੀ ਨਹੀਂ ਹੁੰਦੀ ਜਾਂ ਕਈਆਂ 'ਚ ਉਨੀ ਜ਼ਰੂਰਤ ਨਹੀਂ ਹੁੰਦੀ। ਇਹ ਵੀ ਹੈਗਾ, ਪੰਜਾਬ 'ਚ ਇਮਾਨਦਾਰ ਬੰਦੇ ਹੈ ਨਹੀਂ ਹੈਗੇ ਆ, ਸਿਸਟਮ ਦੇ ਵਿੱਚ ਵੀ ਹੈਗੇ ਆ, ਪੁਲਿਸ ਦੇ ਵਿੱਚ ਵੀ ਹੈਗੇ ਆ, ਬਿਊਰੋਕ੍ਰੇਸੀ ਦੇ ਵਿੱਚ ਵੀ ਹੈਗੇ ਆ, ਉੱਦਾਂ ਵੀ ਲੋਕੀ ਇਮਾਨਦਾਰ ਹੈਗੇ ਆ। ਬਟ ਸਾਨੂੰ ਉਸ ਚੀਜ਼ ਨੂੰ ਕਿਤੇ ਨਾ ਕਿਤੇ ਅਸੀਂ ਉਹਨੂੰ ਵਰਤੀਏ ਤਾਂ ਸਹੀ ਨਾ, ਉੱਧਰ ਨੂੰ ਤੁਰੀਏ ਤਾਂ ਸਹੀ ਨਾ। ਉੱਧਰ ਨੂੰ ਤੁਰਨ ਲਈ ਸਾਨੂੰ ਜੁਰਤ ਕਰਨੀ ਪਊਗੀ। ਜੇ ਨਾ ਜੁਰਤ ਕਰਾਂਗੇ ਤਾਂ ਫਿਰ ਹੌਲੀ ਹੌਲੀ ਜੋ ਹੋ ਰਿਹਾ ਉਹ ਹੋ ਹੀ ਰਿਹਾ ਹੈ। ਅੱਛਾ, 2022 'ਚ ਆਸ ਹੈ ਕਿ ਕੋਈ ਪ੍ਰਬੰਧ ਬਦਲੂਗਾ ਜਾਂ ਤੁਸੀਂ ਲੋਕ ਇਸ ਭੂਮਿਕਾ 'ਚ ਹੋਵੋਗੇ ਕਿ ਤੁਸੀਂ ਜੋ ਚੰਗੇ ਸੁਪਨੇ ਰੱਖੇ ਨੇ ਉਹਨਾਂ ਨੂੰ ਤੁਸੀਂ ਲਾਗੂ ਕਰਾ ਸਕੋ? ਹਾਈ ਕਮਾਂਡ ਵਾਲੀ ਵੀ ਗੱਲ ਨਾਲ ਕਰ ਲੈਣਾ। ਹਾਈ ਕਮਾਂਡ ਲੱਗਦਾ ਕਿ ਗੱਲ ਸੁਣੂਗੀ ਤੁਹਾਡੀ ਸਾਰੇ ਲੋਕਾਂ ਦੀ ਗੰਭੀਰਤਾ ਦੇ ਨਾਲ, ਜਾਂ ਹਾਈ ਕਮਾਂਡ ਚੁੱਪ ਰਹੂਗੀ? ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਮੈਂ ਕਾਫੀ ਕਮਜ਼ੋਰ ਦੇਖ ਰਿਹਾ। ਦੇਖੋ, ਪੱਛਮੀ ਬੰਗਾਲ 'ਚ ਕਿੱਡਾ ਨੁਕਸਾਨ ਹੋ ਗਿਆ, ਚਾਹੇ ਸੋਚ ਕੇ ਨੁਕਸਾਨ ਕਰਾਇਆ ਕਾਂਗਰਸ ਨੇ, ਪਰ ਜੇ ਲੜ ਕੇ ਕਾਂਗਰਸ ਜਿੱਤੀ ਹੁੰਦੀ ਜ਼ਿਆਦਾ ਚੰਗਾ ਸੀ। ਦੂਜੇ ਨੂੰ ਜਿਤਾ ਕੇ ਜਿੱਤਣ ਦੀ ਖੁਸ਼ੀ ਕਾਹਦੀ? ਹਾਈ ਕਮਾਂਡ ਹੈ, ਐਗਜ਼ਿਸਟ ਕਰਦੀ ਹੈ ਕਾਂਗਰਸ ਲਈ, ਪੰਜਾਬ ਵਾਲਿਆਂ ਲਈ, ਦਿੱਲੀ ਵਾਲੀ। ਦੇਖੋ ਮੈਂ ਦੂਸਰੇ ਤਰ੍ਹਾਂ ਦੇਖਦਾ ਇਹਨੂੰ। ਅਸੀਂ ਤਾਂ ਠੀਕ ਕਰੀਏ। ਦੇਖੋ, ਐਂਡ ਆਫ ਦਾ ਡੇ ਹਾਈ ਕਮਾਂਡ ਇਹ ਤਾਂ ਨਹੀਂ ਕਹਿੰਦੀ, ਚਲੋ ਕੈਪਟਨ ਅਮਰਿੰਦਰ ਸਿੰਘ ਉੱਥੇ ਜਾ ਕੇ ਜੋ ਮਰਜ਼ੀ ਕਹਿੰਦੇ ਹੋਣਗੇ, ਬਟ ਜੋ ਗਰਾਊਂਡ ਲੈਵਲ ਆ ਸਾਨੂੰ ਵੀ ਤਾਂ ਦਿਖਦਾ ਨਾ। ਇਹ ਇਕੱਲੇ ਦਿੱਲੀ ਵਾਲਿਆਂ ਨੂੰ ਤਾਂ ਨਹੀਂ ਦਿਸਦਾ। ਅਸੀਂ ਵੀ ਤਾਂ ਜੁਰਤ ਰੱਖੀਏ ਨਾ। ਦੇਖੋ, ਸਾਡੇ ਕੈਬਨਿਟ ਮਿਨਿਸਟਰਸ ਹੈਗੇ ਆ, ਸਾਡੇ MLAs ਆ, 80 ਅਸੀਂ MLA ਹੈਗੇ ਆ, ਅਤੇ ਸਾਨੂੰ ਪੰਜਾਬ ਨੂੰ ਬਚਾਉਣ ਦੀ ਸਾਡੀ ਪਹਿਲੀ ਜ਼ਿੰਮੇਵਾਰੀ ਨਹੀਂ ਹੈਗੀ। ਅੱਛਾ, ਹਾਈ ਕਮਾਂਡ ਨੂੰ ਤਾਂ ਫਿਰ ਉਸ ਲੈਵਲ 'ਤੇ ਲੈ ਆਓ। ਦੇਖੋ, ਗੱਲ ਇਹ ਆ ਵੀ ਜਿੰਨਾ ਚਿਰ ਅਸੀਂ ਆਪਣਾ ਘਰ ਠੀਕ ਨਹੀਂ ਕਰਦੇ ਉਨਾ ਚਿਰ ਹਾਈ ਕਮਾਂਡ ਤੋਂ ਅਸੀਂ ਕਿਉਂ ਆਸ ਰੱਖੀ ਛੱਡੀਏ? ਸਾਨੂੰ ਇਹਨਾਂ ਚੀਜ਼ਾਂ ਨੂੰ ਆਪ ਦੇਖਣ ਦੀ ਜ਼ਰੂਰਤ ਹੈਗੀ ਆ। ਸਾਨੂੰ ਪਤਾ ਜਦੋਂ ਠੱਗੀ ਹੋਣ ਡਈ ਆ ਤੇ ਫਿਰ ਕਹੋ, ਕਿਉਂ ਨਹੀਂ ਕਹਿੰਦੇ? ਇੰਟੈਲੀਜੈਂਸੀਆ ਡਿਵੈਲਪ ਕਰੋ, ਟੈਕਨੋਕਰੈਟਸ ਨੂੰ ਵਿੱਚ ਲੈ ਕੇ ਆਓ। ਐਡੀ ਕੀ ਪ੍ਰੋਬਲਮ ਹੈਗੀ ਆ? ਪ੍ਰੋਬਲਮ ਤਾਂ ਹੈ ਨਹੀਂ ਗੀ। ਲੇਕਿਨ ਜੇ ਅਸੀਂ ਇਸ ਗੱਲ ਨੂੰ ਇਹ ਕਹਿ ਦਈਏ ਵੀ ਹਾਂ ਵੀ ਬਿੱਲੀ ਹੈ ਹੀ ਨਹੀਂ, ਤਾਂ ਫਿਰ ਉਹ ਸਾਡੇ ਲਈ ਵੀ ਤਾਂ ਮਾੜੀ ਗੱਲ ਹੈਗੀ ਆ। ਅੱਛਾ, ਹੁਣ ਮੈਂ ਥੋੜ੍ਹਾ ਜਿਹਾ ਵੋਟਾਂ ਵਾਲਾ ਸਮੀਕਰਨ ਵੀ ਨਾਲ ਲੈ ਲੈਣਾ। ਜਿਹੜੀ ਹੁਣ ਮੌਜੂਦਾ ਸਰਕਾਰ ਹੈ, ਇਹ ਸਰਕਾਰ ਨੂੰ 2022 ਦਿਖਦਾ ਵੀ ਕੀ ਹਾਲ ਹੋਣ ਵਾਲਾ ਕਾਂਗਰਸ ਦਾ ਦਿਖਦਾ, ਜਾਂ ਸਰਕਾਰ ਖੁਸ਼ ਹੈ ਵੀ ਅਸੀਂ ਤਾਂ ਬਹੁਤ ਆਸਾਨੀ ਨਾਲ ਜਿੱਤ ਲਾਂਗੇ ਕਿਉਂਕਿ ਅਕਾਲੀ ਦਲ ਵੀ ਕਮਜ਼ੋਰ ਹੈ ਅਤੇ ਫਿਰ ਅਸੀਂ ਸਿੱਟ ਬਣਾ ਦੇਣੀ ਹੈ ਬੇਅਦਬੀਆਂ ਦੀ? ਕੀ ਸਾਰੀ ਸਰਕਾਰ ਦੀ ਸੋਚ ਬਸ ਇੱਥੇ ਤੱਕ ਸੀਮਤ ਹੈ? ਦੇਖੋ ਡੱਲਾ ਜੀ, ਜਿੱਤ ਭਾਵੇਂ ਜਿਹੜਾ ਮਰਜ਼ੀ ਜਾਵੇ, ਗੱਲ ਜੇ ਪੰਜਾਬ ਦੀ ਕਰਨੀ ਹੈ ਨਾ ਤਾਂ ਫਿਰ ਸਾਨੂੰ ਕੰਮ ਕਰਨਾ ਪਊਗਾ। ਕੋਈ ਕਮਜ਼ੋਰ ਹੋ ਜਾਵੇ, ਕੋਈ ਇਹ ਦੇਖੋ, ਮੈਂ ਤਾਂ ਦੇਖੋ ਜਿਸ ਫੀਲਡ ਦੇ ਵਿੱਚੋਂ ਮੈਂ ਆਇਆ, ਤੁਸੀਂ ਆਪਣੀ ਟੀਮ ਤਾਂ ਚੰਗੀ ਬਣਾ ਲਓ ਨਾ। ਤੁਸੀਂ ਆਪਣੀ ਲਾਈਨ ਵੱਡੀ ਕਰ ਲਓ, ਦੂਸਰਿਆਂ ਦੀ ਆਟੋਮੈਟਿਕਲੀ ਛੋਟੀ ਲੱਗਣ ਲੱਗ ਪਊ। ਜੇ ਤੁਸੀਂ ਇਸ ਨੈਗੇਟਿਵਿਟੀ 'ਤੇ ਖੜ੍ਹੇ ਆ ਨਾ ਵੀ ਉਹ ਵੀ ਕਮਜ਼ੋਰ ਆ, ਉਹਦੇ ਕੋਲ ਆ ਹੈ ਨਹੀਂ, ਉਹਦੇ ਕੋਲ ਆ ਹੈ ਨਹੀਂ, ਉਹ ਅਲਟੀਮੇਟਲੀ ਯਾਰ ਆਪਣਾ ਘਰ ਤਾਂ ਠੀਕ ਕਰ ਲਈਏ। ਅਸੀਂ ਲੋਕਾਂ ਦੀਆਂ, ਕਿਉਂਕਿ ਜੋ ਲੋਕਾਂ ਦੀਆਂ ਐਕਸਪੈਕਟੇਸ਼ਨ ਹੈਗੀਆਂ, ਕਿਉਂਕਿ ਲੋਕਾਂ ਦੀਆਂ ਐਕਸਪੈਕਟੇਸ਼ਨ ਕਿੱਥੋਂ ਬਣਦੀਆਂ? ਜਦੋਂ ਅਸੀਂ ਮੈਨੀਫੈਸਟੋ ਦਿੰਦੇ ਹਾਂ, ਅਸੀਂ ਵੱਡੇ ਵੱਡੇ ਵਾਅਦੇ ਕਰਦੇ ਹਾਂ। ਅੱਛਾ, ਉਹ ਕਾਪੀ ਸਾਰੇ ਪੱਤਰਕਾਰਾਂ ਕੋਲ ਵੀ ਚਲੇ ਜਾਂਦੀ ਆ। ਅੱਛਾ, ਡੇ 1 ਤੋਂ ਲੈ ਕੇ ਤੇ 5ਵੇਂ ਸਾਲ ਦੇ ਅਖੀਰਲੇ ਦਿਨ ਤੱਕ ਵੀ ਉਹੋ ਹੀ ਵੀ ਤੁਸੀਂ ਆਹ ਕਿਹਾ ਸੀ ਕੀਤਾ ਆ ਨਹੀਂ, ਆਹ ਕਿਹਾ ਸੀ ਕੀਤਾ ਆ ਨਹੀਂ। ਅਸੀਂ ਬੇਸਿਕਲੀ ਅਸੀਂ ਸਾਨੂੰ ਮੈਚਿਓਰ ਡੈਮੋਕ੍ਰੇਸੀ ਵੱਲ ਤੁਰਨ ਦੀ ਜ਼ਰੂਰਤ ਹੈਗੀ ਆ। ਕਿਉਂਕਿ ਜੇ ਅਸੀਂ ਸਾਰੇ ਹੀ ਜਣੇ, ਮੈਂ ਨਹੀਂ ਕਹਿੰਦਾ ਮੈਂ ਕੋਈ ਸਿਆਣਿਆਂ ਬੰਦਿਆਂ 'ਚੋਂ ਆ, ਆਪਾਂ ਕਹਿੰਦੇ ਜੇ ਘੋੜੀ ਚੜ੍ਹੇ ਨਹੀਂ ਤਾਂ ਚੜ੍ਹਦੇ ਹੀ ਦੇਖ ਲਓ, ਦੁਨੀਆ 'ਤੇ ਸਿੱਖ ਲਓ। ਕਿਉਂਕਿ ਦੁਨੀਆ ਦੇ ਉੱਤੇ ਇੰਨੀ ਮੈਚਿਓਰ ਡੈਮੋਕ੍ਰੇਸੀ ਹੋ ਗਈ ਆ, ਕਿਉਂਕਿ ਉਹਨਾਂ ਦੇ ਲੋਕਾਂ ਦਾ ਐਜੂਕੇਸ਼ਨ ਦਾ ਲੈਵਲ, ਉਹਨਾਂ ਦੀ ਬੇਸਿਕਲੀ ਜਿਹੜਾ ਥਾਟ ਪ੍ਰੋਸੈਸ ਆ ਉਹ ਡਿਵੈਲਪ ਹੁੰਦਾ। ਅੱਛਾ, ਹੁਣ ਕਈ ਵਾਰੀ ਕਈ ਦੇਸ਼ਾਂ ਦੇ ਵਿੱਚ ਤਾਂ ਮੰਨ ਲਓ ਜਿੱਦਾਂ ਕੈਨੇਡਾ ਹੀ ਆ, ਮੰਨ ਲਓ ਉੱਥੇ ਸ਼ੈਡੋ ਮਿਨਿਸਟਰੀ ਵੀ ਬਣਦੀ ਆ ਓਪੋਜੀਸ਼ਨ ਦੇ ਵਿੱਚ।
ਉਹਨਾਂ ਨੂੰ ਵੀ ਪਤਾ ਹੋਵੇ। ਅੱਛਾ, ਇਟ ਇਜ਼ ਏ ਬਿਊਟੀਫੁਲ ਕਨਸੈਪਟ ਕਿ ਯਾਰ ਹੈ ਤਾਂ ਸਾਡੀ ਵੀ ਉਹੀ ਆ, ਲੇਕਿਨ ਅਸੀਂ ਇਹਨਾਂ ਚੀਜ਼ਾਂ 'ਤੇ ਗੌਰ ਹੀ ਨਹੀਂ ਜਦੋਂ ਕਰਦੇ। ਅੱਛਾ, ਮੰਨ ਲਓ ਸਪੋਜ਼ ਹੁਣ ਸਾਡਾ ਸਿਸਟਮ ਜਿਹੜਾ, ਅੱਛਾ ਕੰਟਰੀ ਦਾ ਹੈਲਥ ਸਿਸਟਮ, ਸਾਡੇ ਪੰਜਾਬ ਦਾ ਹੈਲਥ ਸਿਸਟਮ ਬਿਲਕੁਲ ਫਲੋਪ ਹੋ ਗਿਆ, ਲੇਕਿਨ ਅਸੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਨਹੀਂ ਫਲੋਪ ਨਹੀਂ ਹੈਗਾ, ਇਹ ਤਾਂ ਅਸੀਂ ਆਹ ਵੀ ਕਰਤਾ ਸੀ, ਆਹ ਵੀ ਕਰਤਾ ਸੀ, ਆਹ ਵੀ ਕਰਤਾ। ਹਜੇ ਕਿ ਪੱਤਰਕਾਰ ਵੀ ਜਿਹੜੇ ਸਹਿੰਦੇ ਆ ਉਹ ਵੀ ਰੌਲਾ ਪਾਉਂਦੇ ਆ। ਅੱਛਾ, ਕਿਤੇ ਨਾ ਕਿਤੇ ਬਿਊਰੋਕਰੈਟ ਵੀ ਦੱਬੀ ਜ਼ੁਬਾਨ 'ਚ ਕਹਿੰਦਾ ਹੈਗਾ, ਕਿਤੇ ਨਾ ਕਿਤੇ ਪੋਲੀਟੀਸ਼ੀਅਨ ਵੀ ਦੇਖਦਾ, ਪਰ ਯਾਰ ਸਾਨੂੰ ਕਰਨ ਦੀ ਜ਼ਰੂਰਤ ਹੈਗੀ ਆ। ਐਂਡ ਹੱਥ ਖੜਾ ਕਰਕੇ ਕਹੋ, ਐਕਸੈਪਟ ਕਰੋ। ਮੈਂ ਤਾਂ ਮੰਨ ਲਓ ਸਪੋਜ਼ ਮੈਂ ਹਾਕੀ ਦੇ ਵਿੱਚ ਗਲਤੀ ਕਰਦਾ ਸੀ ਤਾਂ ਮੈਂ ਐਕਸੈਪਟ ਕਰ ਲੈਂਦਾ ਸੀ ਵੀ ਹਾਂ ਵੀ ਗਲਤੀ ਹੋ ਗਈ। ਅੱਛਾ, ਜੇ ਗਲਤੀ ਹੋਊਗੀ ਮੰਨੋਗੇ ਗਾਂ ਤਾਂ ਹੀ ਤੁਰੋਗੇ। ਜੇ ਤੁਸੀਂ ਗਲਤੀ ਹੋਣ ਦੇ ਬਾਵਜੂਦ ਤੁਸੀਂ ਮੰਨਣ ਨੂੰ ਹੀ ਤਿਆਰ ਨਹੀਂ ਹੈ, ਫਿਰ ਤੁਸੀਂ ਗਾਂ ਕਿਵੇਂ ਤੁਰ ਪਾਓਗੇ? ਬਿਲਕੁਲ ਠੀਕ ਹੈ ਜੀ। ਸਟਰਾਈਕਰ ਬਣ ਕੇ ਸੋ ਗਲਤੀਆਂ ਤੋਂ ਸਿੱਖਣ ਦੀ ਵੀ ਲੋੜ ਹੈ, ਤਾਂ ਹੀ ਅਗਲੀ ਵਾਰੀ ਗੋਲ 'ਚ ਨਿਸ਼ਾਨਾ ਜਿਹੜਾ ਉਹ ਸਿੱਧਾ ਲੱਗਦਾ। ਪ੍ਰਗਟ ਜੀ, ਮੈਂ 2-4 ਸਵਾਲ ਲੋਕਾਂ ਦੇ ਜ਼ਰੂਰ ਲਊਂਗਾ। ਬੜੇ ਲੋਕ ਸਵਾਲ ਕਰਦੇ ਨੇ, ਲੋਕਾਂ ਦੀ ਆਵਾਜ਼ ਤੁਸੀਂ ਕਿੰਨੀ ਕੁ ਸੁਣਦੇ ਹੋ? ਮੈਂ ਅਕਸਰ ਦੇਖਦਾ ਲੋਕ ਕਹਿੰਦੇ ਨੇ ਸਿੱਧੂ, ਬੈਂਸ, ਖਹਿਰਾ, ਪ੍ਰਗਟ ਸਿੰਘ, ਗਾਂਧੀ, ਇਹ ਸਾਰੇ ਇਕੱਠੇ ਹੋ ਜਾਣ ਤੇ ਪੰਜਾਬ ਬਚਾ ਸਕਦੇ ਆ। ਲੋਕਾਂ ਨੂੰ ਇੰਨੀਆਂ ਉਮੀਦਾਂ ਤੁਹਾਡੇ ਤੋਂ, ਤੁਸੀਂ ਲੋਕਾਂ ਦੀਆਂ ਇਹਨਾਂ ਉਮੀਦਾਂ ਨੂੰ ਸਾਰੇ ਲੀਡਰ ਕਿਵੇਂ ਦੇਖਦੇ ਹੋ, ਜਾਂ ਕੱਲਾ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਨੂੰ ਐਂ ਲੱਗਦਾ ਸਾਨੂੰ ਡੈਮੋਕ੍ਰੇਸੀ ਦੀ ਜਿਹੜੀ ਹੈਗੀ ਆ ਇੰਟਰਨਲ ਡੈਮੋਕ੍ਰੇਸੀ ਆ ਨਾ, ਉਹਦਾ ਸਾਨੂੰ ਕੰਸੈਪਟ ਬਦਲਣਾ ਪਊਗਾ, ਆਪਣਾ ਥਾਟ ਪ੍ਰੋਸੈਸ ਬਦਲਣਾ ਪਊਗਾ। ਐਕਚੁਅਲੀ ਪੰਜਾਬੀਆਂ ਨੂੰ ਨਾ ਚੀਫ ਮਿਨਿਸਟਰ ਬਣਨ ਦੀ ਬੜੀ ਕਾਹਲੀ ਹੁੰਦੀ ਆ। ਪੰਜਾਬੀ ਟੀਮ ਨਹੀਂ ਬਣਾਉਂਦਾ, ਉਹ ਚੀਫ ਮਿਨਿਸਟਰ ਬਣਾਉਂਦਾ। ਉਹਦੇ ਨਾਲ ਹੁੰਦਾ ਕੀ ਆ, ਤੁਸੀਂ ਵਨ ਮੈਨ ਆਰਮੀ ਬਣਾ ਕੇ ਦੇਖ ਲਓ, ਕਿਉਂਕਿ ਕਿਤੇ ਵੀ ਹੋਵੇ। ਪਰ ਕੇਜਰੀਵਾਲ ਨੇ ਵਨ ਮੈਨ ਆਰਮੀ ਬਣਾਈ ਹੈ। ਕੇਜਰੀਵਾਲ ਪੂਰੀ ਤਰ੍ਹਾਂ ਕਾਮਯਾਬ ਨਹੀਂ, ਪਰ ਫਿਰ ਵੀ ਕੇਜਰੀਵਾਲ ਕਾਮਯਾਬ ਹੈ। ਮੈਂ ਕਹਿੰਦਾ ਚਲੋ ਉਹਨੂੰ ਜੇ ਉਹਨੇ ਕੁਝ ਕੀਤਾ ਹੈਗਾ, ਵੈਸੇ ਤਾਂ ਹੁਣ ਉਹਨਾਂ ਦਾ ਵੀ ਹੈਲਥ ਸਿਸਟਮ ਤਾਂ ਆਲਮੋਸਟ ਕਲੈਪਸ ਕਰ ਗਿਆ। ਮੈਂ ਇਹ ਨਹੀਂ ਕਹਿੰਦਾ, ਮੈਂ ਗੱਲ ਕਰਦਾ ਵੈਸੇ ਡੈਮੋਕ੍ਰੇਸੀ ਦੇ ਵਿੱਚ ਟੀਮਾਂ ਬਣਨੀਆਂ ਚਾਹੀਦੀਆਂ, ਟੈਕਨੋਕਰੈਟਸ ਦੀਆਂ, ਬਿਊਰੋਕਰੈਟਸ ਦੀਆਂ, ਪੋਲੀਟੀਕਲ ਬੰਦਿਆਂ ਦੀਆਂ, ਜਿਹੜਾ ਥਾਟ ਪ੍ਰੋਸੈਸ ਨੂੰ ਇੱਕ ਚੰਗੇ ਪਾਸੇ ਨੂੰ ਲਾ ਸਕਣ। ਕੋਈ ਇਕੱਲਾ, ਮੈਨੂੰ ਲੱਗਦਾ ਕੋਈ ਇਕੱਲਾ ਬੰਦਾ ਕੋਈ ਡੈਮੀ ਗੋਡ ਨਹੀਂ ਹੁੰਦਾ, ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ ਵੀ ਉਹਨੂੰ ਹਰ ਸਬਜੈਕਟ ਦੀ ਬੜੀ ਗ੍ਰਿਪ ਹੋਵੇ। ਉਹਨੂੰ ਬੇਸਿਕਲੀ ਅਸੀਂ ਐਕਸਪਰਟਸ ਨੂੰ ਨਾਲ ਲਈਏ। ਅਸੀਂ ਐਕਚੁਅਲੀ ਕੀ ਹੁੰਦਾ, ਉਸ ਕੋਰੀਡੋਰ ਦੇ ਵਿੱਚ, ਪਾਵਰ ਕੋਰੀਡੋਰ ਜਿਹਨੂੰ ਕਹਿੰਦੇ ਆ, ਉਹਦੇ ਵਿੱਚ 5-7 ਇਹੋ ਜਿਹੇ ਦਲਾਲਾਂ ਦਾ ਮੈਂ ਕਹੂੰਗਾ ਜਮਾਵੜਾ ਇਕੱਠਾ ਹੋ ਜਾਂਦਾ, ਜਿਹੜਾ ਹੌਲੀ ਜੋ ਉਹਦੀਆਂ ਬੇਸਿਕ ਹੈਬਿਟਸ ਆ ਉਹਨੂੰ ਨਰਚਰ ਕਰਨ ਲੱਗ ਪੈਂਦਾ। ਅੱਛਾ, ਇਹ ਬੜੀ ਕਿਉਂਕਿ ਹਿਊਮਨ ਸਾਈਕੀ ਦੀ ਬੜੀ ਵੱਡੀ ਪ੍ਰੋਬਲਮ ਆ ਵੀ ਜਿਹੜੀ ਗੱਲ ਤੁਹਾਨੂੰ ਤੁਹਾਡੇ ਬਾਰੇ ਚੰਗੀ ਕਹਿਣ ਵਾਲਾ ਬੰਦਾ ਹੋਵੇ ਨਾ, ਉਹ ਚੰਗਾ ਲੱਗਣ ਲੱਗ ਪੈਂਦਾ, ਅਤੇ ਜਿਹੜਾ ਤੁਹਾਨੂੰ ਕ੍ਰਿਟੀਸਾਈਜ਼ ਕਰਨ ਵਾਲਾ ਹੋਵੇ ਉਹ ਤੁਹਾਨੂੰ ਬੁਰਾ ਲੱਗਣ ਲੱਗ ਪੈਂਦਾ। ਅੱਛਾ, ਹੌਲੀ ਉਹਦੇ ਵਿੱਚੋਂ ਫਿਰ ਜਿਹੜਾ ਕ੍ਰਿਟਿਕਸ ਹੁੰਦਾ ਉਹ ਸਾਈਡ 'ਤੇ ਹੋ ਜਾਂਦਾ, ਅਤੇ ਜਿਹੜਾ ਰੋਜ਼ ਵੀ ਤੁਹਾਨੂੰ ਜਿਹੜੀ ਤੁਹਾਡੀ ਲਾਈਕਿੰਗ ਹੈਗੀ ਉਹਦੇ ਮੁਤਾਬਕ ਜਦੋਂ ਉਹ ਪ੍ਰੋਜੈਕਸ਼ਨ ਕਰਨ ਲੱਗ ਪੈਂਦਾ, ਤਾਂ ਫਿਰ ਤੁਸੀਂ ਉਹਦੀ ਹਰ ਗਲਤ ਗੱਲ ਮੰਨਣ, ਉਹਦੀ ਹਰ ਜਿਹੜੀ ਗੱਲ ਮੰਨਣ ਲੱਗ ਪੈਂਦੇ ਆ। ਉਹਨਾਂ ਦੇ ਪੈਰਾਮੀਟਰਸ ਜਿਹੜੇ ਆ, ਉਹਨਾਂ ਦੇ ਜੋ ਉਹਨਾਂ ਨੇ ਲੈਣਾ ਹੁੰਦਾ ਉਹ ਲੈ ਲੈਂਦੇ ਆ, ਉਹਨੂੰ ਗ੍ਰਿਪ ਕਰ ਲੈਂਦੇ ਆ, ਲੇਕਿਨ ਤੁਹਾਨੂੰ ਫਿਰ ਉਹ ਜਿਹੜੀ ਇਨਫੋਰਮੇਸ਼ਨ ਆਉਣੋਂ ਹਟ ਜਾਂਦੀ ਆ, ਤੁਸੀਂ ਚਾਹੁੰਦੇ ਹੋਏ ਵੀ ਉਹ ਡਿਲੀਵਰ ਨਹੀਂ ਕਰ ਸਕਦੇ। ਬਿਲਕੁਲ ਠੀਕ ਹੈ। ਪ੍ਰਗਟ ਜੀ, ਆਸ ਤਾਂ ਅਸੀਂ ਹਮੇਸ਼ਾ ਕਰਦੇ ਹਾਂ ਨਾ, ਹੁਣ ਵੀ ਜਿਵੇਂ ਕਿ ਸਾਡੀ ਇੰਡੀਅਨ ਹਾਕੀ ਟੀਮ ਹੈ, ਹੁਣ ਗੋਲਡ ਜਿੱਤ ਕੇ ਆਵੇ। ਕੋਈ ਵੇਲਾ ਸੀ ਅਸੀਂ ਬੜੇ ਗੋਲਡ ਜਿੱਤੇ। ਮੈਂ ਰਾਹੁਲ ਗਾਂਧੀ ਦਾ ਵੀ ਇੱਕ ਵਾਰੀ ਬਿਆਨ ਸੁਣ ਰਿਹਾ ਸੀ ਕਿ ਰਾਹੁਲ ਗਾਂਧੀ ਜਦੋਂ ਛੋਟੇ ਸੀ, ਪ੍ਰਗਟ ਸਿੰਘ ਉਹਨਾਂ ਨੂੰ TV 'ਤੇ ਦੇਖਦੇ ਹੁੰਦੇ ਸੀ, ਓਲੰਪਿਕ ਖੇਡਦੇ, ਵਰਲਡ ਕੱਪ ਖੇਡਦੇ ਹੋਏ। ਸੋ ਸਾਰੇ ਲੋਕਾਂ ਨੂੰ ਸਾਰਿਆਂ ਤੋਂ ਬਹੁਤ ਆਸਾਂ ਰਹੀਆਂ ਨੇ। ਮੈਂ ਇਹ ਕਹਾਂ, ਤੁਸੀਂ ਸਾਰੇ ਖਿਡਾਰੀ ਹੋ, ਨਵਜੋਤ ਸਿੰਘ ਸਿੱਧੂ ਪਲੇਅਰ ਹੈ, ਤੁਸੀਂ ਪਲੇਅਰ ਹੋ, ਕਈ ਹੋਰ ਵੀ ਪਲੇਅਰ ਨੇ ਪੰਜਾਬ 'ਚ, ਜਾਂ ਕੋਈ ਹੋਰ ਵੀ ਵੱਖ-ਵੱਖ ਖੇਤਰ ਦੇ ਚੰਗੇ ਲੋਕ ਨੇ। ਤੁਹਾਡੇ ਲੋਕਾਂ ਦੀ ਟੀਮ ਕਦੇ ਬਣੂਗੀ ਜਾਂ ਤੁਸੀਂ ਦੂਜੀਆਂ ਟੀਮਾਂ 'ਚ ਹੀ ਖੇਡੋਗੇ? ਨਹੀਂ, ਦੇਖੋ, ਐਂਡ ਆਫ ਦਾ ਡੇ ਡੈਮੋਕ੍ਰੇਸੀ ਦੀ ਬਿਊਟੀ ਇਹ ਆ ਵੀ ਓਪੋਜੀਸ਼ਨ ਦਾ ਚੰਗਾ ਹੋਣਾ ਵੀ ਬਹੁਤ ਜ਼ਰੂਰੀ ਆ। ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਇੱਕੋ, ਦੇਖੋ ਮੈਚ ਕਿਵੇਂ ਚੰਗੇ ਬਣਦੇ ਆ, ਉਹਦੇ 'ਚ ਬਿਊਟੀ ਕਿੱਦਾਂ ਨਿਕਲ ਕੇ ਸਾਹਮਣੇ ਆਉਂਦੀ ਆ, ਜਦੋਂ ਦੋਨੇ ਟੀਮਾਂ ਕਿਤੇ ਨਾ ਕਿਤੇ ਬੈਲੈਂਸ ਹੋਣ। ਜੇ 3 ਹੋਣ ਤਾਂ ਤਿੰਨੇ ਬੈਲੈਂਸ ਹੋਣ। ਐਂਡ ਆਫ ਦਾ ਡੇ ਕੋਈ ਜ਼ਰੂਰੀ ਨਹੀਂ ਹੈ ਵੀ ਹਾਂ ਵੀ ਤੁਸੀਂ ਗਵਰਨਮੈਂਟ 'ਚ ਹੋ ਕੇ ਹੀ ਸਾਰੇ ਇਕੱਠੇ ਚੰਗਾ ਕੰਮ ਕਰ ਸਕਦੇ ਆ। ਤੁਸੀਂ ਓਪੋਜੀਸ਼ਨ 'ਚ, ਹੁਣ ਜਿਹੜੇ ਬੰਦੇ ਵੀ ਪੰਜਾਬ ਦੀ ਗੱਲ ਕਰਦੇ ਹੈਗੇ ਆ, ਉਹ ਮੈਨੂੰ ਲੱਗਦਾ ਕਿ ਉਹ ਬਿਹਤਰੀ ਲਈ ਗੱਲ ਕਰਦੇ ਹੈਗੇ ਆ, ਉਹਦੇ ਨਾਲ ਸਰਕਾਰ ਦੇ ਉੱਤੇ ਵੀ ਪ੍ਰੈਸ਼ਰ ਪੈਂਦਾ ਹੈਗਾ। ਮੈਂ ਕਹਿੰਦਾ ਕਿਸੇ ਸਫੀਅਰ ਦੇ ਹੋਣ, ਕੋਈ ਕਲਾਕਾਰ ਹੋਵੇ, ਕੋਈ ਕਿਸੇ ਵੀ ਫੀਲਡ ਦਾ ਬੰਦਾ ਹੋਵੇ, ਜਦੋਂ ਉਹਦੀ ਐਕਸਪਰਟ ਓਪੀਨੀਅਨ ਹੈਗੀ ਆ, ਤਾਂ ਫਿਰ ਉਹ ਉਸ ਗੱਲ ਲਈ
ਉਸ ਗਵਰਨਮੈਂਟ ਨੂੰ ਆਗਾਹ ਕਰਦਾ ਹੈਗਾ ਵੀ ਭਾਈ ਤੁਹਾਡੇ 'ਚ ਆਹ ਕਮੀਆਂ ਪੇਸ਼ੀਆਂ ਇਹਨੂੰ ਠੀਕ ਕਰ ਲਈਏ, ਤੇ ਜੇ ਕਿਸੇ ਦਾ ਦਿਮਾਗ ਚੱਲੂਗਾ ਤੇ ਉਹਨੂੰ ਠੀਕ ਕਰ ਲੂਗਾ। ਸੋ ਇਸ ਕਰਕੇ ਮੈਨੂੰ ਇਹ ਤਾਂ ਨਹੀਂ ਹੈਗਾ ਕਿ ਹਾਂ ਵੀ ਇਹ ਇਕੱਠੇ ਨਹੀਂ ਹੋਣੇ ਚਾਹੀਦੇ, ਹੋ ਵੀ ਜਾਣ, ਬਟ ਇੱਕ ਤਾਂ ਸਾਨੂੰ ਡੈਮੋਕ੍ਰੇਸੀ ਦੇ ਬੇਸਿਕਲੀ ਜਿਹੜਾ ਕਨਸੈਪਚੁਅਲ ਗੱਲ ਹੈਗੀ ਆ ਨਾ, ਜਿਹੜੀ ਮੈਂ ਗੱਲ ਕੀਤੀ ਵੀ ਹਾਂ ਵੀ ਅਸੀਂ ਇੱਕ ਬੰਦੇ ਨੂੰ ਡੈਮੀਗੋਡ ਬਣਾ ਦਿੰਦੇ ਆ, ਤਾਂ ਫਿਰ ਹੌਲੀ ਹੌਲੀ ਉਹਦੇ ਦੁਆਲੇ ਹੋ ਜਾਂਦੇ ਆ। ਅੱਛਾ, ਉਹ ਇਹੋ ਜਿਹਾ ਘਿਰ ਜਾਂਦਾ ਤੇ ਫਿਰ ਉਹ ਪਰਫਾਰਮ ਨਹੀਂ ਕਰਦਾ, ਫਿਰ ਅਸੀਂ ਸਾਰੇ ਹੀ ਉਹਦਾ ਤਵਾ ਲਾਉਣ ਲੱਗ ਪੈਂਦੇ ਆ। ਅੱਛਾ, ਕਿਤੇ ਜੀ ਬਣਾਇਆ ਕਿਹਨੇ ਆ ਇਹ? ਬਣਾ ਜੀ, ਕਿਤੇ ਇਹ ਤਾਂ ਨਹੀਂ ਪੰਜਾਬ 'ਚ ਕਾਂਗਰਸ ਨੂੰ ਇੱਕ ਖਿਆਲ ਵੀ ਅਗਰ ਕੈਪਟਨ ਅਮਰਿੰਦਰ ਹੈ ਤੇ ਪੰਜਾਬ 'ਚ ਕਾਂਗਰਸ ਹੈ, ਹਾਈ ਕਮਾਂਡ ਨੂੰ ਜਾਂ ਇੱਥੇ ਲੋਕਾਂ ਨੂੰ ਇਹ ਵਹਿਮ ਤਾਂ ਨਹੀਂ ਵੀ ਜੇ ਕੈਪਟਨ ਅਮਰਿੰਦਰ ਹੈ ਤਾਂ ਕਾਂਗਰਸ ਹੈ, ਜੇ ਕੈਪਟਨ ਅਮਰਿੰਦਰ ਨਹੀਂ ਤਾਂ ਕਾਂਗਰਸ ਨਹੀਂ? ਦੇਖੋ, ਮੈਨੂੰ ਇਦਾਂ ਦੀ ਗੱਲ ਤਾਂ ਲੱਗਦੀ ਨਹੀਂ ਹੈ, ਇਹ ਕਿਸੇ ਨੂੰ ਕੋਈ ਵਹਿਮ ਨਹੀਂ ਹੈਗਾ। ਕੋਈ ਵਹਿਮ ਪ੍ਰੋਜੈਕਟ ਕਰੀ ਜਾਵੇ ਤਾਂ ਅਲੱਗ ਗੱਲ ਹੈਗੀ ਆ। ਮੈਂ ਬੀਇੰਗ MLA ਮੈਨੂੰ ਕੋਈ ਵਹਿਮ ਨਹੀਂ ਹੈਗਾ। ਸੋ ਇਸ ਕਰਕੇ ਇਹ ਨਹੀਂ ਹੈ ਅਮਰਿੰਦਰ ਸਿੰਘ 'ਚ ਕੁਆਲਿਟੀਜ਼ ਨਹੀਂ ਹੈਗੀਆਂ। ਮੈਂ ਫਿਰ ਕਹਿੰਦਾ ਕੁਆਲਿਟੀਜ਼ ਸੀਗੀਆਂ, ਪਰ ਉਹਦੀ ਬੇਸਿਕਲੀ ਐਗਜ਼ੀਕਿਊਸ਼ਨ ਵੱਲ ਨੂੰ ਅਸੀਂ ਤੁਰੇ ਹੀ ਨਹੀਂ, ਜਿਹਦੇ ਕਰਕੇ ਇਹ ਪ੍ਰੋਜੈਕਸ਼ਨ ਹੋ ਗਈ ਵੀ ਇਹ ਜਿਹੜਾ ਬਾਦਲ ਪਰਿਵਾਰ ਆ ਤੇ ਕੈਪਟਨ ਅਮਰਿੰਦਰ ਪਰਿਵਾਰ ਹੈ, ਇਹ ਦੋਨੇ ਰਲੇ ਹੋਏ ਆ। ਅੱਛਾ, ਇਹ ਜਿਹੜੀ ਪ੍ਰੋਜੈਕਸ਼ਨ ਹੋਣੀ ਆ ਨਾ, ਇਹ ਐਕਚੁਅਲ ਨਾਲੋਂ ਵੀ ਮਾੜੀ ਆ ਪੋਲਿਟਿਕਸ ਦੇ ਵਿੱਚ। ਜੀ ਬਿਲਕੁਲ। ਪੋਲਿਟਿਕਸ 'ਚ ਜਦੋਂ ਲੋਕਾਂ ਦੀ ਰਾਏ ਬਣਦੀ ਹੈ ਸਰਕਾਰ ਬਾਰੇ, ਲੋਕਾਂ ਦੀ ਰਾਏ ਗਲਤ ਵੀ ਹੋ ਸਕਦੀ ਹੈ, ਪਰ ਉੱਥੇ ਸਰਕਾਰ ਦੀ ਕਮਜ਼ੋਰੀ ਇਹ ਹੈ ਵੀ ਉਹ ਲੋਕਾਂ ਦੀ ਰਾਏ ਦਰੁਸਤ ਨਹੀਂ ਕਰ ਸਕੀ। ਕਮੀ ਕਿਹਦੀ ਹੋਈ? ਨਹੀਂ, ਸਰਕਾਰ ਦੀ ਕਮੀ ਆ, ਮੈਂ ਤਾਂ ਨਹੀਂ, ਮੈਂ ਕਦੋਂ ਕਹਿੰਦਾ, ਕਿਉਂਕਿ ਕੋਈ ਇਹੋ ਜਿਹੇ ਇਸ਼ੂਜ਼ ਵੀ ਹੈਗੇ ਆ, ਮੰਨ ਲਓ ਟਰਾਂਸਪੋਰਟ ਦਾ ਇਸ਼ੂ ਹੈਗਾ ਜਾਂ ਜਿਹੜਾ ਪਾਵਰ ਪਰਚੇਜ਼ ਐਗਰੀਮੈਂਟਸ ਦਾ ਇਸ਼ੂ ਹੈਗਾ। ਮੈਂ ਤਾਂ ਇਸ਼ੂ ਬੇਸ ਗੱਲ ਕਰਦਾ ਹੁੰਦਾ, ਮੈਂ ਕੋਈ ਵੱਧ ਘੱਟ ਗੱਲ ਤਾਂ ਕਰਦਾ ਨਹੀਂ ਹੈ। ਮੈਂ ਇਹ ਵੀ ਕਹਿੰਦਾ ਜਿਹੜੇ ਬੇਅਦਬੀਆਂ ਦਾ ਇਸ਼ੂ ਹੈਗਾ, ਜਿਹੜੇ ਬੰਦੇ ਵੀ ਹੈਗੇ ਆ, ਮੰਨ ਲਓ ਇਹ ਦੇਖੋ ਦੋ ਚੀਜ਼ਾਂ ਹੈਗੀਆਂ। ਅਸੀਂ ਕਈ ਵਾਰੀ ਅਸੀਂ ਸਾਰੇ ਹੀ ਨਾ ਉਹਨੂੰ ਇੱਕ ਕਲੱਬ ਕਰ ਲੈਂਦੇ ਆ। ਇੱਕ ਲਾਅ ਐਂਡ ਆਰਡਰ ਦੀ ਪ੍ਰੋਬਲਮ ਸੀ, ਉਹ ਇਸ਼ੂ ਸੀ, ਇੱਕ ਬੇਅਦਬੀਆਂ ਦਾ ਇਸ਼ੂ ਆ। ਇਹ ਜਿਹੜੀ ਪ੍ਰੋਬਲਮ ਆਈ ਆ, ਇਹ ਲਾਅ ਐਂਡ ਆਰਡਰ ਵਾਲੇ ਇਸ਼ੂ ਤੇ ਆਈ ਹੈਗੀ ਆ, ਅਸੀਂ ਉਹਨੂੰ ਵੀ ਬੇਅਦਬੀਆਂ ਨਾਲ ਜੋੜ ਲੈਂਦੇ ਆ। ਬੇਅਦਬੀਆਂ, ਮੈਂ ਇਹ ਨਹੀਂ ਕਹਿੰਦਾ ਵੀ ਦੂਸਰਾ ਇਸ਼ੂ ਵੱਡਾ ਨਹੀਂ ਹੈਗਾ, ਲੇਕਿਨ ਇਹ ਬੇਅਦਬੀਆਂ ਵਾਲਾ ਜਿਹੜਾ ਜ਼ਿਆਦਾ ਵੱਡਾ ਹੈਗਾ, ਉਹਦੇ ਵਿੱਚ ਵੀ ਸਾਨੂੰ ਸੁਹਿਰਦਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਪਰ ਹੁਣ ਤਾਂ ਸਮਾਂ ਕਹਿੰਦੇ ਨੇ, ਹੁਣ ਤਾਂ 5-6 ਮਹੀਨੇ ਰਹਿ ਗਏ, ਫਿਰ ਇਮਤਿਹਾਨ ਆਉਣੇ ਆ। ਤੁਹਾਨੂੰ ਲੱਗਦਾ ਕਿ ਕੋਈ ਚਮਤਕਾਰ ਹੋ ਜਾਊਗਾ ਵੀ ਦੁਬਾਰਾ ਫਿਰ ਸਿੱਟ ਬਣੂਗੀ ਤੇ ਚੋਣਾਂ ਤੋਂ ਪਹਿਲਾਂ ਇਨਸਾਫ ਮਿਲ ਜੂ? ਇਸ ਸਿਚੁਏਸ਼ਨ 'ਚ ਨਹੀਂ ਲੱਗਦਾ, ਇਸ ਹਾਲਾਤ 'ਚ ਨਹੀਂ ਲੱਗਦਾ। ਇਹ ਕੱਲ੍ਹ ਨੂੰ ਕੋਈ ਇਹੋ ਜਿਹੀ ਬੇਸਿਕਲੀ ਅਸੀਂ ਕੋਈ ਡਿਸੀਜ਼ਨ ਲੈ ਲਈਏ ਜਾਂ ਸਰਕਾਰ ਡਿਸੀਜ਼ਨ ਲੈ ਲਵੇ, ਉਹਦੇ 'ਤੇ ਕੋਈ ਇੰਪਲੀਮੈਂਟੇਸ਼ਨ ਹੋ ਜਾਵੇ, ਹੋ ਸਕਦਾ ਵੀ ਜਿਹੜੇ ਹਾਲਾਤ ਬਦਲ ਜਾਣ, ਪਰ ਅੱਜ ਦੀ ਤਰੀਕ 'ਚ ਅੱਜ ਜੋ ਹਾਲਾਤ ਹੈਗੇ ਉਹ ਨਹੀਂ ਲੱਗਦਾ। ਚਮਤਕਾਰ ਹੀ ਹੋਊਗਾ ਮੈਨੂੰ ਲੱਗਦਾ, ਜੇ ਕੁਝ ਹੋਊਗਾ ਤਾਂ ਚਮਤਕਾਰ ਹੋ ਸਕਦਾ ਐਡੀ ਛੇਤੀ। ਅੱਜ ਤੱਕ ਪੰਜਾਬ 'ਚ ਹੋਇਆ ਨਹੀਂ। ਚਮਤਕਾਰ ਨਹੀਂ ਹੁੰਦਾ, ਬੇਸਿਕਲੀ ਡਿਸੀਜ਼ਨ ਤਾਂ ਤੁਸੀਂ ਕੱਲ੍ਹ ਨੂੰ ਲੈ ਲਓ ਤਾਂ ਕੱਲ੍ਹ ਨੂੰ ਸਿੱਧਾ ਹੋ ਜਾਊਗਾ। ਇਹ 'ਚ ਕੀ ਰੌਲੇ ਵਾਲੀ ਗੱਲ ਆ? ਜੇ ਤੁਹਾਨੂੰ ਬੇਸਿਕਲੀ ਗੱਲ ਤਾਂ ਡਿਸੀਜ਼ਨ ਲੈਣ ਦੀ ਹੈ ਨਾ। ਬਿਲਕੁਲ, ਗਰੀਬ ਦਾ ਪੁੱਤ ਚੱਕਣਾ ਹੋਵੇ ਤਾਂ 1 ਮਿੰਟ ਲੱਗਦਾ ਹੈ। ਨਹੀਂ, ਕੋਈ ਸਰਕਾਰ 1 ਮਿੰਟ ਲਾਉਂਦੀ ਹੈ। ਮੈਂ ਕਈ ਵਾਰੀ ਪੁਲਿਸ ਵਾਲੇ ਅਫਸਰ ਦੇਖਦਾ ਵੱਡੇ ਗਰੀਬ ਦਾ ਪੁੱਤ ਪਿੰਡ 'ਚ ਮਿੰਟ 'ਚ ਚੱਕ ਲਿਆਉਂਦੇ ਆ। ਸਰਕਾਰ ਤਕੜੇ ਲੋਕਾਂ ਤੋਂ ਡਰਦੀ ਹੈ। ਨਹੀਂ, ਮੈਂ ਚੱਕਣ ਚਕਾਉਣ ਦੀ ਵੀ ਗੱਲ ਨਹੀਂ ਕਰਦਾ। ਦੇਖੋ, ਗੱਲ ਇਹ ਆ, ਜਿਹੜਾ ਲੀਗਲ ਕੋਰਸ ਹੈਗਾ ਉਹਨੇ ਲੀਗਲ ਕੋਰਸ ਦੇ ਵਿੱਚ ਹੀ ਕੰਮ ਕਰਨਾ। ਨਹੀਂ, ਪਰ ਪੁਲਿਸ ਜਸਟੀਫਾਈ ਕਰਦੀ ਹੈ ਵੀ ਚੱਕਣਾ ਵੀ ਲੀਗਲ ਕੋਰਸ ਹੈ। ਅਸੀਂ ਥਾਣੇ ਲੈ ਕੇ ਆਏ ਹਾਂ, ਪੁੱਛਗਿੱਛ ਲਈ, ਹਿਰਾਸਤ 'ਚ ਲਿਆ ਜਾਂ ਅਸੀਂ ਗ੍ਰਿਫਤਾਰ ਕਰ ਲਿਆ। ਨਹੀਂ, ਦੇਖੋ ਜਿਹੜੀ ਪੁਲਿਸ ਇੱਦਾਂ ਦੀ ਗੱਲ ਕਰਦੀ ਆ, ਮੈਨੂੰ ਲੱਗਦਾ ਇਹ ਸਮਾਂ ਇਹੋ ਜਿਹਾ ਨਹੀਂ ਹੈਗਾ, ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬਟ ਜਿਹੜੇ ਮੈਨੂੰ ਤਾਂ ਇਹ ਹੈਗਾ, ਜਿਹਨੇ ਜਿਹੜਾ ਕੋਈ ਕ੍ਰਾਈਮ ਕੀਤਾ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਗੱਲ ਤਾਂ ਇੰਨੀ ਹੈਗੀ ਹੈ। ਬਿਲਕੁਲ ਠੀਕ ਹੈ। ਤੇ ਹੁਣ ਔਖਾ ਲੱਗੂਗਾ 2022 'ਚ ਜਦੋਂ ਜਾਓਗੇ, ਲੋਕ ਪੁੱਛਿਆ ਕਰਨਗੇ ਵੀ ਤੁਸੀਂ ਸਾਰੇ ਕਹਿੰਦੇ ਸੀ ਇਨਸਾਫ ਦੇਵਾਂਗੇ। ਨਹੀਂ, ਬਿਲਕੁਲ ਔਖਾ ਤਾਂ ਲੱਗੂਗਾ, ਪਰ ਕਹੂੰਗਾ ਸੱਚ, ਚਾਹੇ ਉਹ ਆਪਣੀ ਪਾਰਟੀ ਦੇ ਅਗੇਂਸਟ ਵੀ ਹੋਵੇ, ਚਾਹੇ ਕਿਸੇ ਦੂਸਰੀ ਪਾਰਟੀ ਦੇ ਅਗੇਂਸਟ ਹੋਵੇ। ਮੈਂ ਤਾਂ ਉਹਦਾ, ਦੇਖੋ ਹੁਣ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਵਜੂਦ ਆ ਨਾ, ਉਹ ਇੱਕੋ ਜਿਹਾ ਹੀ ਹੋ ਗਿਆ ਸਾਰਿਆਂ ਦਾ ਜੀ। ਕਿਉਂਕਿ ਹੁਣ ਤਾਂ ਲੋਕੀ, ਮੈਂ ਪਿਛਲੀ ਵਾਰੀ ਵੀ ਜਦੋਂ 30,000 ਤੇ ਜਿੱਤਿਆ ਨਾ, ਤੇ ਬਹੁਤੇ ਬੰਦੇ ਇਹ ਕਹਿੰਦੇ ਸੀਗੇ ਵੀ ਯਾਰ ਕਾਂਗਰਸ ਇੱਥੋਂ 5-7,000 ਤੇ ਤਾਂ ਜਿੱਤਦੀ ਹੁੰਦੀ ਹੈ, 30,000 ਤੇ ਕਿੱਦਾਂ ਜਿੱਤ ਜਾਂਦੀ ਹੈ। ਮੈਂ ਕਿਹਾ ਯਾਰ ਕੋਈ ਕਿਰਦਾਰ ਵੀ ਤਾਂ ਹੈਗਾ ਨਾ ਜੀ, ਲੋਕੀ ਕਿਰਦਾਰ ਵਾਲੇ ਵੀ ਹੈਗੇ ਆ ਨਾ। ਮੇਰਾ ਜੇ 2 ਲੱਖ ਵੋਟਰ ਸਪੋਰਟਰ ਆ, ਤੇ ਉਹ ਜਿਹੜੀਆਂ ਅੱਖਾਂ ਮੈਨੂੰ ਦੇਖਦੀਆਂ ਹੈਗੀਆਂ, ਬੰਦੇ ਤਾਂ ਜਿਹੜੇ ਰੋਜ਼ ਮੇਰੇ ਕੋਲ ਕਿੰਨੇ ਆਉਂਦੇ ਹੋਣਗੇ, ਘੁੰਮ ਘੁਮਾ ਕੇ ਉਹੀ 5-4 ਹਜ਼ਾਰ ਬੰਦਾ ਆਉਂਦਾ ਹੋਊਗਾ। ਲੇਕਿਨ ਬਾਕੀਆਂ ਦੇ ਵਿੱਚ ਉਹ ਮੈਨੂੰ ਰੋਜ਼ ਅਬਜ਼ਰਵ ਕਰਦੇ ਆ, ਮੈਨੂੰ ਦੇਖਦੇ ਆ ਇਹ ਕੀ ਕਹਿੰਦਾ, ਇਹ ਕੀ ਕਰਦਾ ਹੈਗਾ, ਤੇ ਮੈਂ ਆਪਣਾ ਕਿਰਦਾਰ ਜਿਹੜਾ ਉਹ ਠੀਕ ਰੱਖਿਆ ਹੈਗਾ, ਔਰ ਇੱਦਾਂ ਹੀ ਰੱਖਣਾ ਹੈਗਾ। ਜਿੰਨਾ ਚਿਰ ਵੀ ਰਹੂੰਗਾ ਇਹੀ ਕਰੂੰਗਾ, ਨਹੀਂ ਤਾਂ ਥੈਂਕ ਯੂ ਵੈਰੀ ਮੱਚ ਯਾਰ। ਅਗਰ ਨਹੀਂ ਸੁਣੀ ਜਾਂਦੀ
ਤੇ ਜਿਵੇਂ ਤੁਸੀਂ ਡਾਇਰੈਕਟਰ ਸਪੋਰਟਸ ਰਹੇ ਹੋ 6-7 ਸਾਲ ਤੁਸੀਂ ਡਾਇਰੈਕਟਰ ਸਪੋਰਟਸ ਰਹੇ ਹੋ, ਤੁਹਾਨੂੰ ਚਾਅ ਆਇਆ ਕਿ ਮੈਂ ਜ਼ਰੂਰ MLA ਬਣਨਾ ਹੈ, ਤੁਹਾਨੂੰ ਖੁਦ ਅਕਾਲੀ ਦਲ ਨੇ ਕਿਹਾ ਸੀ ਤੁਸੀਂ ਲੜੋ, ਜਾਂ ਤੁਹਾਡਾ ਮਨ ਵੀ ਆ ਗਿਆ ਸੀ ਵੀ ਮੈਂ ਅਫਸਰ ਬਣ ਕੇ ਜ਼ਿਆਦਾ ਡਿਲੀਵਰ ਨਹੀਂ ਕਰ ਪਾ ਰਿਹਾ, ਸ਼ਾਇਦ ਮੈਂ MLA ਜਾਂ ਮੰਤਰੀ ਬਣ ਕੇ ਜ਼ਿਆਦਾ ਚੰਗਾ ਡਿਲੀਵਰ ਕਰ ਲਾਂ? ਨਹੀਂ, ਮੈਂ ਸੈਟੀਸਫਾਈਡ ਸੀਗਾ। ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਕੇ ਆਏ ਸੀਗੇ, ਮੈਂ ਕਦੋਂ ਇਹ ਡਿਨਾਈ ਕਰਦਾ। ਮੈਂ ਬੇਸਿਕਲੀ ਮੇਰਾ ਉਹਨਾਂ ਨਾਲ ਸਹਿਚਾਰ ਵੀ ਚੰਗਾ ਸੀਗਾ, ਬਟ ਡਿਫਰੈਂਸ ਆਫ ਓਪੀਨੀਅਨ ਸੀਗੀ। ਉਹੀ ਗੱਲ ਜਿਹੜੀ ਪ੍ਰੋਬਲਮ ਹੈ ਨਾ ਕਿ ਆਲਾ ਦੁਆਲਾ ਕਿਤੇ ਨਾ ਕਿਤੇ ਉਸ ਗੱਲ ਨੂੰ, ਤੇ ਮੈਨੂੰ ਤਾਂ ਐਂ ਲੱਗਦਾ ਹੁੰਦਾ ਬੰਦੇ ਨੂੰ ਪੁੱਛ ਲੈਣਾ ਚਾਹੀਦਾ। ਅੱਛਾ, ਮੇਰੇ ਵਰਗੇ ਬੰਦੇ ਤੋਂ ਵੈਸੇ ਕਿਸੇ ਨੂੰ ਥ੍ਰੈਟ ਵੀ ਕੀ ਹੋ ਸਕਦੀ ਹੈ? ਮੈਂ ਤਾਂ ਇੱਕ ਟੀਮ ਦੇ ਵਿੱਚ ਹਮੇਸ਼ਾ ਵੀ ਟੀਮ ਦੇ ਵਿੱਚ ਕੰਮ ਕਰਨ ਦੀ ਇੱਛਾ ਰੱਖਦਾ, ਔਰ ਇਹ ਚਾਹੁੰਦਾ ਆ ਕਿ ਜੇ ਤੁਹਾਡੇ ਵਾਲੀ ਗੱਲ ਆ ਉਹ ਠੀਕ ਆ ਤੇ ਉਹ ਕਰ ਲਈਏ, ਜੇ ਮੇਰੇ ਵਾਲੀ ਠੀਕ ਆ ਤਾਂ ਉਹ ਕਰ ਲਈਏ। ਲੈਟ ਅਸ ਡਿਸਕਸ ਇਟ। ਇਹ ਨਹੀਂ ਹੈਗਾ ਕਿ ਹਾਂ ਵੀ ਕਿਸੇ ਦੇ ਤੋਤੇ ਬਣ ਕੇ, ਕਿਸੇ ਦੇ ਵੀ ਤੋਤੇ ਬਣ ਕੇ ਤੇ ਉਹ ਬੋਲੀਏ ਜੋ ਉਹ ਤੋਤਿਆਂ ਦਾ ਮਾਸਟਰ ਕਹਿੰਦਾ ਨਾ ਜੀ। ਚਲੋ ਮੈਂ ਇੱਕ ਅਖੀਰ 'ਚ 2 ਸਵਾਲ ਨੇ, ਮੈਂ ਇੱਕ ਸਵਾਲ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਜ਼ਰੂਰ ਕਰੂੰ, ਕਿਉਂਕਿ ਮੈਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਉਹ ਵੀ ਇੱਕ ਪੰਜਾਬ ਦੇ ਹੱਕ ਦੀ, ਸੱਚ ਦੀ ਲੜਾਈ ਉਹ ਵੀ ਲੜ ਰਿਹਾ, ਤੁਸੀਂ ਸਾਰੇ ਲੜ ਰਹੇ ਹੋ। ਨਵਜੋਤ ਸਿੰਘ ਸਿੱਧੂ ਕਿਤੇ ਹਤਾਸ਼ ਹੋ ਕੇ ਤਾਂ ਨਹੀਂ ਬਹਿ ਜਾਊਗਾ? ਬਹੁਤ ਸਾਰੇ ਲੋਕਾਂ ਦੇ ਜ਼ਿਹਨ 'ਚ ਸਵਾਲ ਹੈ, ਕਿਉਂਕਿ ਸੰਘਰਸ਼ ਬਹੁਤ ਕਰ ਰਿਹਾ ਸਿੱਧੂ, ਪਰ ਸੁਣੀ ਸਿੱਧੂ ਦੀ ਵੀ ਨਹੀਂ ਜਾ ਰਹੀ ਵਿਦਨ ਪਾਰਟੀ, ਹਾਈ ਕਮਾਂਡ ਵੀ ਨਹੀਂ ਸੁਣ ਰਹੀ। 2 ਤਰ੍ਹਾਂ ਦੀਆਂ ਗੱਲਾਂ ਆਉਂਦੀਆਂ, ਇੱਕ ਪਾਸੇ ਕਹਿੰਦੇ ਹਾਈ ਕਮਾਂਡ ਦੀ ਥਾਪੀ ਹੈ, ਦੂਜੇ ਪਾਸੇ ਕਹਿੰਦੇ ਹਾਈ ਕਮਾਂਡ ਸੁਣ ਨਹੀਂ ਰਹੀ। ਹੁਣ ਗੱਲਾਂ ਇੱਥੋਂ ਤੱਕ ਆ ਗਈਆਂ ਕਿ ਤੁਹਾਡੀ ਸਰਕਾਰ ਕਹਿੰਦੀ, ਜਾਖੜ ਸਾਹਿਬ ਪ੍ਰਧਾਨ ਕਹਿੰਦੇ ਵੀ ਅਸੀਂ ਭੇਜ ਰਹੇ ਹਾਂ, ਟਵੀਟ ਇਕੱਠੇ ਕਰ ਰਹੀ ਹੈ ਕਾਂਗਰਸ। ਇੰਟਰਨਲ ਡੈਮੋਕ੍ਰੇਸੀ ਵੀ ਕਾਂਗਰਸ ਦੇ ਵਿੱਚ ਹੁਣ ਮੋਨੀਟਰ ਹੋਇਆ ਕਰੂਗੀ ਵੀ ਕੋਈ ਬੰਦਾ ਟਵੀਟ ਕਰ ਰਿਹਾ ਹੈ, ਜਿਹੜੀ ਅਸੀਂ ਮੰਗ ਕੀਤੀ ਸੀ ਉਹੀ ਮੰਗ ਦੀ ਇਨਸਾਫ ਲਈ ਟਵੀਟ ਕਰ ਰਿਹਾ। ਇਹ ਸਾਰੀਆਂ ਸਥਿਤੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ, ਕਿਉਂਕਿ ਬਹੁਤ ਆਸਾਂ ਨਾਲ ਕਾਂਗਰਸ ਪਾਰਟੀ 'ਚ ਨਵਜੋਤ ਸਿੰਘ ਸਿੱਧੂ ਲਿਆਏ ਸੀ ਕਾਂਗਰਸ ਵਾਲੇ। ਨਹੀਂ, ਦੇਖੋ ਚੰਗਾ ਕਿਰਦਾਰ ਹੈਗਾ, ਦੇਖੋ ਪਰ ਉਹਨੂੰ ਬਾਹਰ ਵੀ ਨਿਕਲਣ ਦੀ ਜ਼ਰੂਰਤ ਹੈ। ਦੇਖੋ ਇਕੱਲੇ ਟਵੀਟ ਨਾਲ ਦੇਖੋ ਇੱਕ ਪਰਸੈਪਸ਼ਨ ਤਾਂ ਬਣੀ, ਦੇਖੋ ਮੀਡੀਆ ਨੂੰ ਵੀ ਕੰਮ ਉਹ ਲਾ ਦਿੰਦਾ, ਰੋਜ਼ ਕਿਤੇ ਨਾ ਕਿਤੇ ਰੇਜ਼ ਵੀ ਕਰ ਦਿੰਦਾ, ਚੰਗੇ ਚੀਜ਼ਾਂ ਰੇਜ਼ ਕਰਦਾ। ਦੇਖੋ ਇੱਕ ਤਾਂ ਗੱਲ ਹੈ ਪਾਰਟੀ ਨੂੰ, ਜੇ ਇਹ ਗੱਲ ਹੈਗੀ ਆ ਤਾਂ ਫਿਰ ਪਾਰਟੀ ਉਸ ਗੱਲ ਨੂੰ ਸੋਲਵ ਕਰ ਦੇਵੇ। ਜਦੋਂ ਸੋਲਵ ਕਰ ਦੇਵੇ, ਠੀਕ ਹੈ ਨਾ, ਤਾਂ ਫਿਰ ਉਹ ਆਟੋਮੈਟਿਕਲੀ ਕੀ ਟਵੀਟ ਕਰ ਦੂਗਾ। ਸੋ ਇਸ ਕਰਕੇ ਮੈਨੂੰ ਹਤਾਸ਼ ਹੋਣ ਦੀ ਗੱਲ ਤਾਂ ਲੱਗਦੀ ਨਹੀਂ ਹੈ। ਇਹ ਸਾਨੂੰ ਫਾਈਟ ਕਰਨ ਦੀ ਜ਼ਰੂਰਤ ਹੈਗੀ ਆ, ਔਰ ਫਾਈਟ ਵੀ ਚੰਗੀ ਟੀਮ ਬਣਾ ਕੇ, ਕਿਉਂਕਿ ਜਦੋਂ ਚੰਗੀ ਟੀਮ ਬਣੂਗੀ ਤਾਂ ਉਹਦੇ ਵਿੱਚੋਂ ਦੇਖੋ ਮੈਂ ਫਿਰ ਉੱਥੇ ਹੀ ਆਉਣਾ ਹੈਗਾ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਆਪਾਂ। ਪਰ ਕੁਦਰਤ ਦਾ ਇੱਕ ਨਿਯਮ ਵੀ ਹੈ ਪ੍ਰਗਟ ਜੀ, ਕਿ ਕੁਦਰਤ 'ਚ ਕੁਦਰਤ ਨੇ ਹਮੇਸ਼ਾ ਅਸੀਂ ਸਾਰਿਆਂ ਨੇ ਨਹੀਂ ਰਹਿਣਾ, ਕਦੀ ਨਾ ਕਦੀ ਬਦਲਾਅ ਹੁੰਦੇ ਰਹਿਣੇ ਆ, ਅਸੀਂ ਜਾਵਾਂਗੇ ਰੋਲ, ਨਵੇਂ ਲੋਕ ਨਿਭਾਉਣਗੇ। ਆਸ ਹੈ ਵੀ ਕਦੀ ਤੁਹਾਡੀ ਟੀਮ ਵੀ ਆਊਗੀ ਅੱਗੇ, ਤੁਸੀਂ ਸਾਰੇ ਲੋਕ ਸੁਫਨਾ ਪੰਜਾਬ ਦਾ ਲੈ ਕੇ ਬੈਠੇ ਹੋ। ਦੇਖੋ ਸਾਰੇ ਵਿੱਚ ਬਹੁਤ ਚੰਗੇ ਬੰਦੇ ਹੈਗੇ ਆ, ਇਹੋ ਜਿਹੀ ਗੱਲ ਨਹੀਂ ਹੈ, ਬੀਨਾਸ ਨਹੀਂ ਹੋਇਆ। ਪੋਲੀਟੀਕਲ ਸਿਸਟਮ 'ਚ ਵੀ ਬੰਦੇ ਚੰਗੇ ਹੈਗੇ ਆ, ਪਰ ਹੁੰਦਾ ਕੀ ਆ, ਕਈ ਵਾਰੀ ਬੰਦੇ ਜੁਰਤ ਨਹੀਂ ਕਰਦੇ, ਬੰਦੇ ਇੱਕ ਸਿਸਟਮ ਦੇ ਵਿੱਚ ਲੱਗੇ ਰਹਿੰਦੇ ਆ ਤੇ ਉਹਨਾਂ ਨੂੰ ਐਂ ਲੱਗਦਾ ਵੀ ਸਾਨੂੰ ਕੀ, ਜਿੱਦਾਂ ਸਾਡੇ ਇੱਕ ਆਮ ਸੁਭਾਅ ਬਣ ਗਿਆ ਹਿੰਦੁਸਤਾਨੀਆਂ ਦਾ ਵੀ ਸਾਨੂੰ ਕੀ ਜੀ, ਵੀ ਇਹ ਤੁਹਾਨੂੰ ਕਿਸੇ ਦਿਨ ਤੁਹਾਡਾ ਘਰ ਵੀ ਹੋ ਸਕਦਾ, ਇਹ ਕਿਸੇ ਹੋਰ ਦਾ ਵੀ ਹੋ ਸਕਦਾ। ਜਦੋਂ ਅਸੀਂ ਇਹ ਗੱਲ ਤੋਂ ਕਿਤੇ ਨਾ ਕਿਤੇ ਹਟ ਜਾਵਾਂਗੇ ਨਾ, ਤਾਂ ਦੈਨ ਰੀਅਲ ਸੋਚ ਦਾ ਨਜ਼ਰੀਆ ਜਿਹੜਾ ਬਦਲੂਗਾ। ਤੁਸੀਂ ਐਡੇ ਸਪੋਰਟਸਮੈਨ ਰਹੇ ਹੋ, ਤੁਸੀਂ ਖੇਡੇ, ਗੋਲ ਕੀਤੇ, ਜਿੱਤੇ, ਤੁਹਾਨੂੰ ਨੌਕਰੀਆਂ ਆਫਰ ਹੋਈਆਂ, ਤੁਹਾਨੂੰ ਨਹੀਂ ਲੱਗਦਾ ਪੰਜਾਬ 'ਚ ਕਿੰਨੇ ਪੜ੍ਹੇ ਲਿਖੇ ਨੌਜਵਾਨ ਨੇ, ਕਿੰਨੇ ਸਪੋਰਟਸ ਵਾਲੇ ਨੇ, ਕਿੰਨੇ ਲੋਕ ਨੇ, ਕੋਈ ਇੰਜੀਨੀਅਰਿੰਗ ਕਰਦੇ, ITI ਕਰਦੇ, ਉਹਨਾਂ ਨੂੰ ਕੰਮਾਂ ਕਾਰਾਂ ਲਈ ਸਰਕਾਰ ਫੰਡ ਕਰੇ, ਪੰਜਾਬ ਇੱਕ ਇਹੋ ਜਿਹਾ ਖੁਸ਼ਹਾਲ ਪੰਜਾਬ ਬਣ ਜੇ। ਜਿਵੇਂ ਬਹੁਤ ਸਾਰੇ ਲੀਡਰ ਨੇ, ਉਹਨਾਂ ਦੇ ਆਪਣੇ ਕੰਮ ਬਹੁਤ ਚੱਲਦੇ ਆ, ਮੈਂ ਅਕਸਰ ਕਹਿੰਦਾ ਹੁੰਦਾ, ਉਹਨਾਂ ਦੀਆਂ ਫੈਕਟਰੀਆਂ ਵੀ ਚੱਲਣ ਲੱਗ ਜਾਂਦੀਆਂ, ਉਹਨਾਂ ਦੇ ਕੰਮ ਵੀ ਚੱਲਦੇ, ਇੱਧਰ ਉੱਧਰ ਉਹਨਾਂ ਨੇ ਹਿੱਸੇ ਵੀ ਪਾਏ ਹੁੰਦੇ ਨੇ। ਸਰਕਾਰ ਨਹੀਂ ਤੁਹਾਨੂੰ ਲੱਗਦਾ ਵੀ ਸਰਕਾਰ ਬਾਂਹ ਫੜੇ, ਨੌਜਵਾਨ ਮੁੰਡਿਆਂ ਦੀ ਬਾਂਹ ਫੜੇ, ਪੜ੍ਹੇ ਲਿਖੇ ਨੌਜਵਾਨਾਂ ਦੀ ਬਾਂਹ ਫੜੇ, ਕੰਮਕਾਰ ਰੁਜ਼ਗਾਰ ਸਹੀ ਤਰੀਕੇ ਨਾਲ ਹੋਣ? ਇਹ ਨਹੀਂ ਵੀ ਆਪਾਂ ਮੇਲਾ ਲਾ ਲਿਆ ਅਤੇ ਥੋੜ੍ਹੇ ਜਿਹੇ ਲੋਕਾਂ ਨੂੰ ਜਿਹੜਾ ਵੈਸੇ ਹੀ ਰੁਜ਼ਗਾਰ ਮਿਲ ਜਾਣਾ ਸੀ ਆਪਾਂ ਆਪਣੇ ਖਾਤੇ ਪਾਈ ਚੱਲੀਏ। ਨਹੀਂ, ਦੇਖੋ ਅਲਟੀਮੇਟਲੀ ਤਾਂ ਸਾਨੂੰ ਸਿਸਟਮ ਤਾਂ ਠੀਕ ਕਰਨਾ ਪਊਗਾ ਨਾ, ਸਾਨੂੰ ਗਵਰਨਮੈਂਟ ਦੀ ਅਰਨਿੰਗ ਵਧਾਉਣੀ ਪਊਗੀ, ਸਾਨੂੰ ਐਕਸਪੈਂਸਿਸ ਜਿਹੜੇ ਜਿੱਥੇ ਜ਼ਰੂਰਤ ਹੈਗੀ ਉਹ ਕਰਨੇ ਪੈਣਗੇ ਸਾਨੂੰ ਬੇਸਿਕਲੀ। ਕਿਉਂਕਿ ਦੇਖੋ ਹੁਣ ਹੈ ਉਹ ਕੀ ਰਿਹਾ ਵੀ ਸਾਡੇ 3 ਲੱਖ ਕਰੋੜ ਦਾ ਕਰਜ਼ਾ, 30-35 ਹਜ਼ਾਰ ਕਰੋੜ ਰੁਪਈਆ ਤਾਂ ਬੇਸਿਕਲੀ ਅਸੀਂ ਇੰਟਰਸਟ ਹੀ ਦੇਵਾਂਗੇ। 30 ਤੋਂ 32 ਹਜ਼ਾਰ ਕਰੋੜ ਰੁਪਈਆ ਜਾਂ 35 ਹਜ਼ਾਰ ਕਰੋੜ ਰੁਪਈਆ ਜਿਹੜਾ ਪੇ ਪੈਕੇਜ ਹੈਗਾ, ਪੇ ਅਤੇ ਪੈਨਸ਼ਨਾਂ ਹੈਗੀਆਂ, ਸਾਡੀ ਇੰਨੀ ਕੀ ਅਰਨਿੰਗ ਹੈ, ਉਹ ਤਾਂ ਅਸੀਂ ਕਰ ਸਕਦੇ ਹਾਂ ਜੇ ਅਸੀਂ ਜਿਹੜਾ ਆਊਟ ਆਫ ਬਾਕਸ ਸੋਚਾਂਗੇ, ਤਾਂ ਕਿ ਅੱਛਾ ਫਿਰ ਕਰਪਸ਼ਨ ਹੈ, ਕਿਉਂਕਿ ਜਿਹੜਾ ਬਿਜ਼ਨਸਮੈਨ ਆ ਇੱਥੋਂ ਭੱਜਣ ਦੀ ਤਿਆਰੀ ਕਰਦਾ, ਅਸੀਂ
ਅਸੀਂ ਤਾਂ ਕਹਿੰਦੇ ਆ ਨਾ ਕਿ ਇਹ ਸਿੰਗਲ ਡੋਰ ਜਿਹੜੀ ਹੈਗੀ ਆ ਕਲੀਅਰੈਂਸ ਹੈਗੀ ਆ, ਪਰ ਸਿੰਗਲ ਡੋਰ ਵਾਲੀ ਗੱਲ ਹੈ ਨਹੀਂ ਗੀ। ਹਰ ਜਗ੍ਹਾ ਤੇ ਬੰਦਿਆਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੈਗੀਆਂ। ਸੋ ਇਸ ਕਰਕੇ ਇਹਨੂੰ ਸਾਰੀ ਨੂੰ ਸੁਹਿਰਦਤਾ ਨਾਲ ਸੋਚ ਕੇ ਇਹਨੂੰ ਸਾਰੀ ਨੂੰ ਇੱਕ ਉਸ ਲੈ ਦੇ ਵਿੱਚ ਸਾਨੂੰ ਲਿਆਉਣਾ ਪਊਗਾ, ਆਈਦਰ ਬਿਊਰੋਕਰੈਟ ਔਰ ਪੋਲੀਟੀਸ਼ੀਅਨ, ਠੀਕ ਹੈ ਨਾ। ਔਰ ਜਿਹੜਾ ਇਹ ਸਾਡਾ ਜਿਹੜਾ ਪੂਰੇ ਦਾ ਪੂਰਾ ਤੰਤਰ ਹੈਗਾ, ਇਹਨੂੰ ਸਾਰੇ ਨੂੰ ਜੇ ਦਰੁਸਤ ਕਰਨ ਦੀ ਜ਼ਰੂਰਤ ਹੈਗੀ ਅਸੀਂ ਕਰੀਏ, ਕਰਕੇ ਹੀ ਅਸੀਂ ਗਾਂਹ ਤੁਰ ਸਕਦੇ ਹਾਂ ਜੀ। ਅੱਛਾ, ਦੋ ਸਵਾਲ ਹੈ, ਆਖਰੀ ਦੋ ਸਵਾਲ ਨੇ। ਪਹਿਲਾ ਤਾਂ ਸਵਾਲ ਇਹ, ਤੁਸੀਂ ਸਿੱਧੂ ਸਾਹਿਬ ਬਾਰੇ ਕਿਹਾ ਕਿ ਸਿਰਫ ਟਵੀਟ ਨਹੀਂ, ਚਲੋ ਥੋੜ੍ਹਾ ਬਹੁਤਾ ਉਹਨਾਂ ਨੂੰ ਬਾਹਰ ਵੀ ਆਉਣਾ ਚਾਹੀਦਾ। ਤੁਸੀਂ ਕਿਵੇਂ ਚਾਹੁੰਦੇ ਹੋ ਨਵਜੋਤ ਸਿੰਘ ਸਿੱਧੂ ਕਿਵੇਂ ਭੂਮਿਕਾ ਅਦਾ ਕਰੇ? ਨਹੀਂ, ਮੈਂ ਤਾਂ ਮੇਰੀ ਤਾਂ ਰੋਜ਼ ਗੱਲ-ਗੁੱਲ ਹੋ ਜਾਂਦੀ ਹੈਗੀ ਆ। ਬੇਸਿਕਲੀ ਦੇਖੋ, ਹੁਣ ਲੋਕੀ ਸਾਡੇ ਵੱਲ ਰਿਐਲਿਟੀ ਇਹ ਆ ਵੀ ਦੇਖਦੇ ਆ, ਬਿਲਕੁਲ ਠੀਕ ਹੈ ਨਾ। ਹੁਣ ਸਿਰਫ ਤੁਹਾਡੇ ਵੱਲ ਨਹੀਂ, ਮੈਂ ਬੈਂਸ, ਖਹਿਰਾ, ਗਾਂਧੀ ਸਾਹਿਬ, ਇਹ ਸਾਰੇ ਲੋਕਾਂ ਨੂੰ ਨਾਲ ਲਾਉਂ, ਜਿਹੜੇ ਵੀ ਚੰਗੇ ਬੰਦੇ ਹੈਗੇ ਉਹਨਾਂ ਵੱਲ ਦੇਖਦੇ ਹੈਗੇ ਆ। ਲੇਕਿਨ ਗੱਲ ਤਾਂ ਇੰਨੀ ਆ, ਮੰਨ ਲਓ ਸਾਡੇ ਵੀ ਜਿਹੜੇ ਐਮਐਲਏ ਆ ਉਹਨਾਂ ਦਾ ਵੀ ਕੌਨਫੀਡੈਂਸ ਬਿਲਡਅਪ ਹੋਣਾ ਚਾਹੀਦਾ। ਮੈਂ ਤਾਂ ਜੇ ਕਾਂਗਰਸ ਦੀ ਗੱਲ ਕਰਾਂ ਤੇ ਕੌਨਫੀਡੈਂਸ ਦੇਖੋ, ਨਵਜੋਤ ਸਿੱਧੂ ਇੱਕ ਵਧੀਆ ਬੰਦੇ ਆ, ਪਰ ਜਿਹੜੇ ਐਮਐਲਏ ਆ ਉਹਨਾਂ ਦੇ ਬੈਕਗਰਾਊਂਡ ਦੇ ਵਿੱਚ, ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਗੱਲ ਚੱਲਦੀ ਰਹਿੰਦੀ ਆ ਵੀ ਜੇ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਹੀ ਰਹਿ ਗਿਆ ਤੇ ਸਾਡੀ ਕੋਈ ਟਿਕਟ ਨਾ ਕੱਟ ਦੇਵੇ, ਕਿਉਂਕਿ ਹਰ 'ਚ ਇੰਨੀ ਜ਼ਰੂਰਤ ਨਹੀਂ ਹੁੰਦੀ। ਹਰ ਬੰਦਾ ਉਸ ਨਜ਼ਰੀਏ ਨਾਲ ਨਹੀਂ ਸੋਚਦਾ। ਕਿਰਦਾਰ ਵਾਲੇ ਨਹੀਂ, ਕੋਈ ਪੈਸੇ ਵਾਲਾ ਹੋਊਗਾ ਤੇ ਕੋਈ ਜੁਗਾੜ ਵਾਲਾ ਹੋਊਗਾ, ਕਿਸੇ ਤਰ੍ਹਾਂ ਦਾ ਵੀ। ਪਰ ਜਦੋਂ ਇਹ ਗੱਲ ਸਮਝ ਆਊਗੀ ਵੀ ਯਾਰ ਸਾਨੂੰ ਆਹ ਗੱਲ ਹੌਲੀ ਦੇਖੋ, ਇਹ ਜਿਹੜਾ ਡਰ ਦਾ ਮਾਹੌਲ ਆ ਨਾ, ਇਹ ਸਾਨੂੰ ਸਾਰਿਆਂ ਨੂੰ ਕੱਢਣ ਦੀ ਜ਼ਰੂਰਤ ਹੈ। ਮੈਂ ਤਾਂ ਇਸੇ ਕਰਕੇ ਆਪਣੀ ਇੱਕ ਇੰਟਰਵਿਊ 'ਚ ਇਹ ਕਹਿਤਾ, ਯਾਰ ਚਮਚੇ ਨਾ ਬਣੋ, ਲੀਡਰ ਬਣੋ ਯਾਰ। ਦੇਖੋ ਇਹ ਕੀ ਗੱਲ ਹੋਈ, ਆਪਾਂ ਜਿਹੜੀ ਗੱਲ ਠੀਕ ਆ, ਜੇ ਡੱਲਾ ਜੀ ਤੁਹਾਡੇ ਵਾਲੀ ਠੀਕ ਆ ਆਪਾਂ ਉਹ ਮੰਨ ਲੈਂਦੇ ਆ, ਮੈਨੂੰ ਕੀ ਪ੍ਰੋਬਲਮ ਆ, ਮੈਨੂੰ ਇਹ ਕਾਹਦੀ ਈਗੋ ਆ। ਤੁਸੀਂ ਮੈਨੂੰ ਪਤਾ ਯਾਦ ਆ ਕਿ ਤੁਸੀਂ ਪਹਿਲਾਂ ਸਪੋਰਟਸ ਦੀ ਕਰਦੇ ਹੁੰਦੇ ਸੀਗੇ, ਮੈਂ ਸਪੋਰਟਸ ਦੀ ਰਿਪੋਰਟਿੰਗ ਕਰਦੇ। ਅੱਛਾ, ਤੁਹਾਡਾ 20-25 ਸਾਲ ਤੋਂ ਤਜਰਬਾ ਹੈਗਾ। ਅੱਛਾ, ਜੇ ਤੁਸੀਂ ਕੋਈ ਗੱਲ ਮੈਨੂੰ ਚੰਗੀ ਤੁਹਾਡੇ ਫੀਲਡ ਦੀ ਪਤਾ ਲੱਗ ਜੂ, ਮੈਨੂੰ ਕੀ ਪ੍ਰੋਬਲਮ ਹੈ। ਪਰ ਇਸ ਗੱਲ ਦੀ ਈਗੋ ਵੀ ਹੋਣੀ ਨਹੀਂ ਚਾਹੀਦੀ। ਅੱਛਾ, ਇਸੇ ਕਰਕੇ ਕਹਿੰਦਾ ਮੈਂ ਟੈਕਨੋਕਰੈਟਸ ਨੂੰ ਵਿੱਚ ਲੈ ਕੇ ਆਓ, ਕਿਉਂਕਿ ਜਿਹੜਾ ਵੀ ਕੋਈ ਐਕਸਪਰਟ ਫੀਲਡ ਹੈਗੀ ਆ, ਦੇਖੋ ਡੱਲਾ ਜੀ ਜ਼ਰੂਰੀ ਨਹੀਂ ਹੈ ਮਿਨਿਸਟਰ ਨੂੰ ਉਸ ਗੱਲ ਦੀ ਨੌਲੇਜ ਵੀ ਹੋਵੇ, ਜ਼ਰੂਰੀ ਨਹੀਂ ਹੈ ਵੀ ਬਿਊਰੋਕਰੈਟ ਨੂੰ ਵੀ ਉਸ ਗੱਲ ਦੀ ਨੌਲੇਜ ਹੋਵੇ। ਅੱਛਾ, ਜੇ ਆਪਾਂ ਐਕਸਪਰਟ opinion ਲੈ ਲਈਏ ਸਾਨੂੰ ਕੀ ਪ੍ਰੋਬਲਮ ਹੈ ਜੀ। ਲੇਕਿਨ ਅਸੀਂ ਡੈਮੋਕ੍ਰੇਸੀ ਨੂੰ ਡੈਮੋਕ੍ਰੇਸੀ ਵਾਂਗ ਤਾਂ ਚਲਾਈਏ ਨਾ। ਅਸੀਂ ਡੈਮੋਕ੍ਰੇਸੀ ਨੂੰ ਆਪਣੀ ਫੀਫਡਮ ਵਾਂਗ ਜਦੋਂ ਚਲਾਵਾਂਗੇ ਤਾਂ ਉਹਦੇ ਰਿਜ਼ਲਟ ਇਹੀ ਨਿਕਲਣਗੇ, ਚਾਹੇ ਬੰਦਾ ਕੋਈ ਵੀ ਆ ਜਾਵੇ ਜੀ। ਆਖਿਰ ਵਾਲਾ ਸਵਾਲ ਹੈ, ਮੈਂ ਥੋੜਾ ਸਪਸ਼ਟ ਸਵਾਲ ਕਰੂੰਗਾ। ਹਾਈ ਕਮਾਂਡ ਕੀ ਕਰੇ? ਕੈਪਟਨ ਤੇ ਸਿੱਧੂ ਦੇ ਵਿੱਚ ਸਮਝੌਤਾ ਕਰਾ ਕੇ 2022 ਲਈ ਅੱਗੇ ਵਧੇ, ਜਾਂ ਹਾਈ ਕਮਾਂਡ ਤੈਅ ਕਰੇ ਵੀ ਕੈਪਟਨ ਸਾਡਾ ਚਿਹਰਾ ਹੋਊਗਾ ਜਾਂ ਸਿੱਧੂ ਸਾਡਾ ਚਿਹਰਾ ਹੋਊਗਾ? ਕਲੈਰਿਟੀ ਹੋਣੀ ਤਾਂ ਜ਼ਰੂਰੀ ਹੈ, ਜੇ ਕਲੈਰਿਟੀ ਨਹੀਂ ਹੁੰਦੀ ਤਾਂ ਕੀ ਨੁਕਸਾਨ ਹੈ? ਦੇਖੋ, ਚਾਹੇ ਸਿੱਧੂ ਚਿਹਰਾ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਚਿਹਰਾ ਹੋਵੇ, ਜਿਹੜੇ ਇਸ਼ੂਜ਼ ਹੈਗੇ ਆ ਉਹ ਇਸ਼ੂ ਫਿਰ ਸੋਲਵ ਹੋ ਜਾਣਗੇ। ਐਕਚੁਅਲੀ ਕੈਪਟਨ ਸਾਹਿਬ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਇਹ ਮੇਰੇ ਨਾਲ ਲੜ ਲਵੇ। ਅੱਛਾ, ਜੇ ਪਟਿਆਲੇ ਲੜ ਵੀ ਲਓਗੇ, ਮੰਨ ਲਓ ਇੱਕ ਪਾਸੇ ਸਿੱਧੂ ਲੜ ਰਿਹਾ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਲੜ ਰਿਹਾ, ਤੇ ਜਿਹੜੇ ਫਿਰ ਇਸ਼ੂ ਆ ਉਹ ਫਿਰ ਸੋਲਵ ਹੋ ਗਏ, ਉਹਨਾਂ ਦਾ ਕੀ ਹੋਊਗਾ? ਐਕਚੁਅਲੀ ਲੋਕੀ ਬੇਸਿਕਲੀ ਇਸ ਗੱਲ ਨੂੰ ਨਹੀਂ ਦੇਖਦੇ। ਲੋਕਾਂ ਨੂੰ ਕੰਮ ਪਿਆਰਾ ਹੈ, ਚੰਮ ਨਹੀਂ ਪਿਆਰਾ ਹੈਗਾ। ਜੇ ਕੰਮ ਕਰੋਗੇ ਤਾਂ ਹੀ ਜਿਹੜਾ ਆ ਲੋਕੀ ਤੁਹਾਡੇ ਨਾਲ ਰਹਿਣਗੇ। ਦੇਖੋ, ਉਹ ਇਸ ਕਰਕੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਮੌਕਾ ਦੇਤਾ ਲੋਕਾਂ ਨੇ। ਤੁਹਾਨੂੰ ਲੱਗਦਾ ਕਿ ਡਿਲੀਵਰ ਹੋ ਗਿਆ? ਨਹੀਂ ਹੋ ਗਿਆ, ਕਿਉਂਕਿ ਤੁਸੀਂ ਸਾਰੇ ਲੋਕ ਸੈਟੀਸਫਾਈਡ ਨਹੀਂ। ਇਸ ਕਰਕੇ ਲੋਕ ਨਵੇਂ ਤੋਂ ਆਸ ਕਰਦੇ ਨੇ ਵੀ ਇਹ ਕਪਤਾਨ ਸਾਨੂੰ ਵਰਲਡ ਕੱਪ ਨਹੀਂ ਦਵਾ ਸਕਿਆ, ਅਸੀਂ ਅਗਲੇ ਤੋਂ ਉਮੀਦ ਰੱਖੀਏ। ਹਰ ਕੋਈ ਤਾਂ ਧੋਨੀ ਨਹੀਂ ਬਣ ਸਕਦਾ। ਨਹੀਂ, ਧੋਨੀ ਨਹੀਂ ਬਣ ਸਕਦਾ, ਬਟ ਐਟ ਦਾ ਸੇਮ ਟਾਈਮ ਦੇਖੋ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ। ਸਾਡੇ ਜਿੰਨੇ ਮਿਨਿਸਟਰਸ ਹੈਗੇ ਆ, ਸਾਡੇ ਜਿੰਨੇ ਐਮਐਲਏਜ਼ ਹੈਗੇ ਆ, ਦੇ ਆਲਸੋ ਸ਼ੁੱਡ ਥਿੰਕ, ਕਿਉਂਕਿ 5 ਸਾਲ ਦਾ ਸਵਾ 4 ਸਾਲ ਦਾ ਸਮਾਂ ਨਿਕਾ ਲਿਆ। ਕਿਉਂਕਿ ਕੱਲ੍ਹ ਨੂੰ ਨਵਜੋਤ ਸਿੱਧੂ 'ਤੇ ਵੀ ਕਿੰਤੂ ਪਰੰਤੂ ਹੋਊਗਾ ਵੀ ਭਾਈ 5 ਸਾਲ ਕਿੱਥੇ ਸੀ ਆਪਾਂ, ਠੀਕ ਹੈ ਨਾ। ਬੇਸਿਕਲੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਉਹ ਆਪਣੀ ਜਗ੍ਹਾ ਜਿਹੜੀ ਲੜਾਈ ਲੜ ਰਿਹਾ, ਠੀਕ ਲੜਾਈ ਲੜ ਰਿਹਾ, ਪਰ ਬਾਕੀਆਂ ਨੂੰ ਵੀ ਤਾਂ ਨਿਕਲਣ ਦੀ ਜ਼ਰੂਰਤ ਹੈਗੀ ਆ, ਬਾਕੀਆਂ ਨੂੰ ਵੀ ਤਾਂ ਕਨਵੇ ਕਰਨ ਦੀ ਜ਼ਰੂਰਤ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨੂੰ ਕਲੱਬ ਕਰਕੇ ਹੀ ਦੇਖਿਆ ਜਾ ਸਕਦਾ। ਆਪਾਂ ਕਹੀਏ ਵੀ ਹਾਂ ਵੀ ਹੁਣ 5 ਸਾਲ ਕਾਂਗਰਸ ਨੇ ਸੁੱਖ ਨਾਲ ਬਥੇਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਜੋ ਵੀ ਗੱਲਾਂ ਹੋਈਆਂ, ਪਰ ਬਾਕੀਆਂ ਨੂੰ ਵੀ ਤਾਂ ਕਹਿਣਾ ਚਾਹੀਦਾ ਨਾ। ਮੈਂ ਇਸੇ ਕਰਕੇ ਕਹਿਣਾ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਕੁਝ ਲੋਕ ਇਮਾਨਦਾਰੀ ਨਾਲ ਆਵਾਜ਼ ਬੁਲੰਦ ਕਰਦੇ ਹੋ, ਜਦ ਤੱਕ ਕਾਂਗਰਸ 'ਚ ਇਹੋ ਜਿਹੀ ਆਵਾਜ਼ ਜ਼ਿਆਦਾ ਨਹੀਂ ਆਉਂਦੀ ਤਦ ਤੱਕ ਸੁਧਾਰ ਜਾਂ ਬਦਲਾਅ ਦੀ ਅਸੀਂ ਉਮੀਦ ਨਹੀਂ ਕਰਦੇ। ਦੇਖੋ, ਨੰਬਰ ਵੀ ਆ ਨਾ ਜੀ। ਦੇਖੋ ਹੁਣ ਤੱਕ ਮੰਨ ਲਓ ਸਪੋਜ਼, ਚਲੋ ਮੈਨੂੰ ਤਾਂ
ਸਿੱਧੂ ਨਾਲ ਹੀ ਗਿਣਿਆ ਜਾਂਦਾ ਜਾਂ ਸਿੱਧੂ ਨੂੰ ਮੇਰੇ ਨਾਲ ਹੀ ਗਿਣਿਆ ਜਾਂਦਾ ਵੀ ਇਹ ਤਾਂ ਇਕੱਠੇ ਹੀ ਆ। ਇਹਦੇ 'ਚ ਦੋਸਤ ਹੈਗਾ, ਇਹਦੇ 'ਚ ਮੈਂ ਕਦੇ ਡਿਨਾਈ ਨਹੀਂ ਕਰਦਾ। ਜਿਹੜੀ ਗੱਲ ਉਹ ਵੀ ਨਹੀਂ ਠੀਕ ਕਹਿੰਦਾ ਮੈਂ ਉਹਦੇ 'ਤੇ ਵੀ ਕਹਿ ਦਿੰਦਾ ਹੁੰਦਾ ਵੀ ਯਾਰ ਇਹ ਗੱਲ ਠੀਕ ਨਹੀਂ ਹੈਗੀ। ਲੇਕਿਨ ਐਟ ਦਾ ਸੇਮ ਟਾਈਮ ਅਸੀਂ ਇਹੋ ਜਿਹਾ ਮਾਹੌਲ ਪੈਦਾ ਕਰੀਏ ਜਿੱਥੇ ਹਰ ਬੰਦਾ ਆਪਣੀ ਓਪੀਨੀਅਨ ਦੇਵੇ ਐਂਡ ਬੜੀ ਫਰੈਂਕ ਓਪੀਨੀਅਨ ਦੇਵੇ ਵੀ ਹਾਂ ਵੀ ਆਹ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਸਾਨੂੰ ਗਰਾਊਂਡ ਲੈਵਲ 'ਤੇ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਹੈਗੀਆਂ। ਅਸੀਂ ਜਿਹੜੇ ਗੱਲ ਪੈਸਿਆਂ ਤੋਂ ਬਿਨਾਂ ਵੀ ਕੁਝ ਗੱਲਾਂ ਕੀਤੀਆਂ ਜਾ ਸਕਦੀਆਂ ਨਾ, ਜਸਟਿਸ ਡਿਲੀਵਰ ਤਾਂ ਪੈਸਿਆਂ ਤੋਂ ਬਿਨਾਂ ਕੀਤਾ ਜਾ ਸਕਦਾ। ਇਹਦੇ ਲਈ ਤਾਂ ਕੋਈ ਇਹ ਤਾਂ ਨਹੀਂ ਹੈਗਾ ਵੀ ਸਾਨੂੰ ਕੋਈ 1000 ਕਰੋੜ ਦੀ 2000 ਕਰੋੜ ਦੀ ਜ਼ਰੂਰਤ ਹੈਗੀ ਆ ਵੀ ਸਾਡੇ ਕੋਲ ਹੈ ਨਹੀਂ ਗਾ। ਪਾਵਰ ਪਰਚੇਜ਼ ਐਗਰੀਮੈਂਟ ਨੂੰ ਠੀਕ ਕੀਤਾ ਜਾ ਸਕਦਾ, ਇਹਦੇ 'ਚ ਕੋਈ ਰੌਲਾ ਨਹੀਂ ਹੈਗਾ। ਠੀਕ ਹੈ ਨਾ। ਜਿਹੜੇ ਵੀ ਇਸ਼ੂਜ਼ ਹੈਗੇ ਆ, ਮਤਲਬ ਕਈ ਇਸ਼ੂਜ਼ ਹੈਗੇ ਆ, ਡਰੱਗ ਵਾਲਾ ਇਸ਼ੂ ਹੈਗਾ, ਉਹ ਹੈਗਾ ਅਤੇ ਉਹਨੂੰ ਬੇਸਿਕਲੀ ਸੋਲਵ ਕਰਨ 'ਚ ਕੀ ਪ੍ਰੋਬਲਮ ਹੈਗੀ ਆ। ਬਟ ਜੇ ਅਸੀਂ ਸਾਡੀ ਨੀਅਤ ਨਹੀਂ ਸਾਫ਼ ਹੈਗੀ ਤਾਂ ਫਿਰ ਤਾਂ ਅਲਟੀਮੇਟਲੀ ਉਹਦਾ ਕੋਈ ਹੱਲ ਨਹੀਂ ਹੈਗਾ ਜੀ। ਚਲੋ ਬਹੁਤ ਬਹੁਤ ਧੰਨਵਾਦ ਪ੍ਰਗਟ ਜੀ। ਬਹੁਤ ਉਸ ਤਰੀਕੇ ਦੀਆਂ ਗੱਲਾਂ ਨਹੀਂ ਮੈਂ ਕਰਨਾ ਚਾਹੁੰਦਾ ਸੀ ਜਿਹੜੀਆਂ ਆਮ ਤੌਰ ਦੇ ਉੱਤੇ ਹੁੰਦੀਆਂ ਨੇ ਬਹੁਤ ਸਾਰੀਆਂ ਇੰਟਰਵਿਊਜ਼ 'ਚ। ਮੇਰਾ ਮਕਸਦ ਇਹ ਸੀਗਾ ਕਿ ਭਾਵਨਾ ਉਹਨਾਂ ਸਾਰੇ ਲੀਡਰਾਂ ਦੀ ਨਿਕਲ ਕੇ ਬਾਹਰ ਆਵੇ ਜਿਹੜੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ ਔਰ ਇੱਕ ਆਈਡੀਓਲੋਜੀ ਨੂੰ ਸਟੈਂਡ ਕਰਦੇ ਨੇ, ਸਮਝੌਤਾ ਨਹੀਂ ਕਰਦੇ, ਸਿਧਾਂਤ 'ਤੇ ਖੜੇ ਰਹਿੰਦੇ ਨੇ। ਸੋ ਜਦ ਤੱਕ ਅਸੀਂ ਸਿਧਾਂਤ 'ਤੇ ਖੜੇ ਰਵਾਂਗੇ ਤੇ ਅਸੀਂ ਲੜਾਈ ਲੜਦੇ ਰਹਿ ਸਕਦੇ ਹਾਂ। ਜਿੱਦਣ ਅਸੀਂ ਸਿਧਾਂਤ ਛੱਡਤੇ ਉਦੋਂ ਸਾਡੀ ਲੜਾਈ ਹੈ ਜਿਹੜੀ ਉਹ ਬੇਫਜ਼ੂਲ ਹੈ। ਸੋ ਜਿਹੜੇ ਵੀ ਲੋਕ ਕਿਰਦਾਰ ਵਾਲੇ ਨੇ, ਜਿਹੜੇ ਪੰਜਾਬ ਦੇ ਹੱਕ ਲਈ, ਪੰਜਾਬ ਦੇ ਇਨਸਾਫ ਲਈ ਸੰਘਰਸ਼ ਕਰ ਰਹੇ ਨੇ, ਸੋ ਉਹਨਾਂ ਨੂੰ ਇਹ ਸੰਘਰਸ਼ ਕਰਦੇ ਰਹਿਣਾ ਚਾਹੀਦਾ। ਪ੍ਰਗਟ ਜੀ ਵਕਤ ਕੱਢਿਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।